कल आपां गुरु ग्रंथ साहब जी की दूजी वार गुरु नानक साहब जी की उचारण की हुई जो राग माझ विच दर्ज है उहदी आपां एक पौड़ी का पाठ कल साझा कीता सी, इत्थे पढ़िया सी और अज असीं दूजी पौड़ी का पाठ आरंभ करन जा रहे हाँ, जो आप जी पास 22 वारां दी पोथी मौजूद है। इस 22 वारां दी पोथी का पन्ना अंक 27 है। हाँ जी 28। इस पोथी का पन्ना अंक 28 है। जे किसी वीर भैन ने दर्पण पोथी रखी है तो दर्पण पोथी भाग पहला का 823 पन्ना है और जेड़े गुरु ग्रंथ साहब जी के पावन पन्ना की नाल नाल देख कर रहे ने वो 138 अंक ते इस वेले पाठ है। आप जी ने नोट कर लेना जी। असी दूजी पौड़ी का पाठ आरंभ करन लगे हाँ। हाँ जी। श्लोक मैला पहला। जियो पाए तन साजिया, रखिया बनत बनाए। अखी देखै जिह्वा बोलै, कन्नी सुरत समाए। पैरी चलै हथी करना, दिता पैनै खाए। जिन रच रचिया तिसै न जानै, अंधा अंध कमाए। जा बचै तां ठीकर होवै, काड़त कड़ी न जाए। इहदा पाठ थोड़ा होर असीं समझण दी कोशिश करिए। जिहड़ी ये लाइन पढ़ी जा रही है, जां भजै भजै नहीं, असल च इत्थे पाठ थोड़ा वजन दे के होएगा। इनू असीं पढ़ांगे भज्जै, क्योंकि भांडे दे टुटण दी गल है। जिवें कच्चा घड़ा टुट जांदा है, भज जांदा है, तो अगले पासे देखो तां ठीकर होवे। कच्चा घड़ा ठीकरियां हो जाता, टुकड़े टुकड़े हो जाता। ठीकर दा अर्थ है टुकड़े होना। तो इनू भजै नालों इनू थोड़ा वजन दे के असीं कोशिश करिए। जां भज्जै तां ठीकर होवे। जां भज्जै तां ठीकर होवै, काड़त घड़ी न जाए। नानक गुर बिन नाहे पत, पत बिन पार न पाए। मैला दूजा देंदे ठाऊं दिता चंगा, मन मुख ऐसा जानिए। सुरत मत चतुराई ताकी, क्या कर आख बखानिए। अंतर बह के कर्म कमावे, सो चों कुंडी जानिए। जो धर्म कमावे तिस धर्म नाउ होवे, पाप कमाणे पापी जानिए। हाँ जी, श्लोक दी इस जिहड़ा पाठ आपां कर रहे हैं, इहदी आरंभता वल नज़र मारो। गुरु अंगद साहब जी का उचारण किया हुआ यह श्लोक है। सतगुरु ने साडे सामने मनमुख की परिभाषा बड़ी स्पष्ट रखी है। देंदे थावों दिता चंगा।
ਦੇਣ ਵਾਲੇ ਨਾਲੋਂ ਦਾਤ ਜ਼ਿਆਦਾ ਚੰਗੀ ਲੱਗਦੀ ਹੈ? ਦੇਣ ਵਾਲੇ ਨਾਲੋਂ ਦਿੱਤਾ ਹੋਇਆ ਜ਼ਿਆਦਾ ਪਸੰਦ ਹੈ? ਸਤਿਗੁਰੂ ਨੇ ਫੈਸਲਾ ਦੇ ਦਿੱਤਾ, ਮਨਮੁਖ ਐਸਾ ਜਾਣੀਏ। ਇਹਨੂੰ ਮਨਮੁਖ ਕਹਿੰਦੇ ਆ। ਇਹ ਮਨਮੁਖ ਦੀ ਸਭ ਤੋਂ ਵੱਡੀ ਤੇ ਸਪਸ਼ਟ ਨਿਸ਼ਾਨੀ ਆ। ਬਹੁਤ ਸਾਰੀਆਂ ਨਿਸ਼ਾਨੀਆਂ ਨੇ, ਪਰ ਉਹਨਾਂ ਵਿੱਚੋਂ ਇੱਕ ਨਿਸ਼ਾਨੀ ਇਹ ਵੀ ਹੈ, ਦੇਣ ਵਾਲੇ ਨਾਲੋਂ ਦਿੱਤੀ ਹੋਈ ਦਾਤ ਨੂੰ ਵੱਧ ਪਸੰਦ ਕਰ ਰਿਹਾ ਹੈ, ਚੰਗਾ ਚਾਹੁੰਦਾ ਹੈ। ਦੇਣ ਵਾਲੇ ਨਾਲ ਮਤਲਬ ਹੀ ਨਹੀਂ, ਉਧਰ ਧਿਆਨ ਹੀ ਨਹੀਂ, ਚੀਜ਼ਾਂ ਨੂੰ ਜਫੇ ਮਾਰਦਾ ਹੈ, ਦੇਣ ਵਾਲੇ ਵੱਲ ਖਿਆਲ ਹੀ ਨਹੀਂ। ਤਾਂ ਸਤਿਗੁਰੂ ਨੇ ਕਹਿਤਾ, ਮਨਮੁਖ ਐਸਾ ਜਾਣੀਏ। ਇਹਨੂੰ ਮਨਮੁਖ ਕਹਿੰਦੇ ਆ, ਇਹੋ ਜਿਹਾ ਹੈ ਮਨਮੁਖ। ਨਾਲ ਹੀ ਕਹਿੰਦੇ, ਸੁਰਤ ਮਤ ਚਤੁਰਾਈ ਤਾਕੀ ਕਿਆ ਕਰ ਆਖ ਵਖਾਣੀ ਹੈ। ਇਹਦੀ ਜਿਹੜੀ ਚਤੁਰਾਈ ਆ, ਜਿਹੜੀ ਇਹਦੀ ਸੁਰਤ ਜਿੱਦਾਂ ਦਾ ਕੰਮ ਕਰਦੀ ਆ, ਇਹਦੇ ਬਾਰੇ ਕੀ ਆਖੀਏ, ਕਿੰਨਾ ਕੁ ਬਿਆਨ ਕਰੀਏ। ਅੰਤਰ ਬਹਿ ਕੇ ਕਰਮ ਕਮਾਵੇ, ਸੋ ਚੌ ਕੁੰਡੀ ਜਾਣੀਏ। ਚੌ ਕੁੰਡ, ਕੁੰਡ ਚਾਰ ਕੁੰਟ, ਪੂਰਬ ਪੱਛਮ ਉੱਤਰ ਦੱਖਣ, ਚਾਰਾਂ ਕੋਨਿਆਂ ਵਿੱਚ ਹੀ ਜਾਣਿਆ ਜਾ ਰਿਹਾ ਹੈ। ਭਾਵੇਂ ਕੰਮ ਅੰਦਰ ਬਹਿ ਕੇ ਕਰ ਰਿਹਾ, ਲੁਕਾ ਕੇ ਕਰ ਰਿਹਾ, ਪਰਦੇ ਹੇਠ ਕਰ ਰਿਹਾ, ਪਰ ਡੰਕੇ ਸਾਰੇ ਪਾਸੇ ਵੱਜ ਰਿਹਾ, ਪਤਾ ਸਾਰੇ ਪਾਸੇ ਲੱਗ ਰਿਹਾ, ਜ਼ਾਹਰ ਹੋ ਰਿਹਾ। ਨਾਲ ਹੀ ਸਤਿਗੁਰੂ ਆਖਦੇ, ਜੋ ਧਰਮ ਕਮਾਵੇ, ਦੂਜਾ ਪਾਸਾ ਦਿੱਤਾ, ਜੋ ਧਰਮ ਕਮਾਵੇ, ਅਸਲੀਅਤ ਵਿੱਚ ਜੋ ਧਰਮ ਕਮਾ ਰਿਹਾ ਹੈ, ਤਿਸ ਧਰਮ ਨਾਉ ਹੋਵੇ ਪਾਪ ਕਮਾਣੇ, ਪਾਪੀ ਜਾਣੀਏ। ਜਿਹੜਾ ਧਰਮ ਕਮਾ ਰਿਹਾ ਉਹਨੂੰ ਧਰਮੀ ਗਿਣਿਆ ਜਾਏਗਾ, ਜਿਹੜਾ ਪਾਪ ਕਮਾਉਂਦਾ ਉਹਨੂੰ ਪਾਪੀ ਕਿਹਾ ਜਾਏਗਾ। ਉਹ ਲੁਕਣਾ ਨਹੀਂ, ਕਿਉਂਕਿ ਉੱਪਰਲੀ ਲਾਈਨ ਫਿਰ ਧਿਆਨ ਵਿੱਚ ਰੱਖਿਓ, ਅੰਤਰ ਬਹਿ ਕੇ ਕਰਮ ਕਮਾਵੇ, ਸੋ ਚੌ ਕੁੰਡੀ ਜਾਣੀਏ। ਜੇ ਅੰਦਰ ਬਹਿ ਕੇ ਧਰਮ ਵੀ ਕਮਾ ਰਿਹਾ ਤਾਂ ਉਹ ਸਾਰੇ ਪਾਸੇ ਚਾਰਾਂ ਕੁੰਡਾਂ ਦੇ ਵਿੱਚ ਜਾਣਿਆ ਜਾਏਗਾ। ਜੇ ਪਾਪ ਕਰ ਰਿਹਾ, ਅੰਦਰ ਬਹਿ ਕੇ ਕਰ ਰਿਹਾ, ਤਾਂ ਪਾਪ ਵੀ ਛੁਪਿਆ ਨਹੀਂ ਰਹਿਣਾ, ਆਖਰ ਉਹ ਵੀ ਚੌਂ ਕੁੰਡਾਂ ਦੇ ਵਿੱਚ ਜਾਣਿਆ ਜਾਏਗਾ, ਨਸ਼ਰ ਹੋ ਜਾਏਗਾ। ਅੱਗੇ ਸਤਿਗੁਰੂ ਜੀ ਨੇ ਨਾਲ ਜ਼ਿਕਰ ਕੀਤਾ, ਤੂੰ ਆਪੇ ਖੇਲ ਕਰੇ ਸਭ ਕਰਤੇ, ਕਿਆ ਦੂਜਾ ਆਖ ਵਖਾਣੀ ਹੈ। ਇਹ ਸਾਰਾ ਖੇਲ ਸੰਸਾਰ ਦਾ ਜਿਹੜਾ ਹੈ ਤੇਰੇ ਹੁਕਮ ਦੇ ਅਧੀਨ ਹੀ ਚੱਲ ਰਿਹਾ ਹੈ, ਤੇਰੀ ਦੇਖ ਰੇਖ ਵਿੱਚ ਹੈ। ਔਰ ਕਿਆ ਦੂਜਾ ਆਖ ਵਖਾਣੀ ਹੈ, ਕੋਈ ਦੂਜਾ ਹੈ ਹੀ ਨਹੀਂ ਜਿਹਦੇ ਬਾਰੇ ਕਿਹਾ ਜਾ ਸਕੇ ਕਿ ਆ ਚੰਗਾ ਤੇਰੇ ਅਧੀਨ ਹੈ, ਮਾੜਾ ਕਿਸੇ ਦੂਜੇ ਨੇ ਕਰ ਦਿੱਤਾ। ਦੂਜਾ ਕੋਈ ਹੈ ਹੀ ਨਹੀਂ। ਸਾਰਾ ਜਿੰਨਾ ਵੀ ਇਹ ਸਿਲਸਿਲਾ ਸੰਸਾਰ ਦਾ, ਇਹ ਸਾਰਾ ਤੇਰੇ ਹੁਕਮ ਦੇ ਅਧੀਨ ਹੀ ਚੱਲ ਰਿਹਾ ਹੈ ਜੀ। ਤੂੰ ਆਪੇ ਖੇਲ ਕਰੈ ਸਭ ਕਰਤੇ, ਕਿਆ ਦੂਜਾ ਆਖ ਵਖਾਣੀ ਹੈ। ਜਿਚਰ ਤੇਰੀ ਜੋਤ ਪਿਚਰ ਜੋਤੀ ਵਿੱਚ ਤੂੰ ਬੋਲੈ, ਵਿਣ ਜੋਤੀ ਕੋਈ ਕਿਛ ਕਰਿਓ ਦਿਖਾ ਸਿਆਣੀ ਹੈ। ਨਾਨਕ ਗੁਰਮੁਖ ਨਹੀਂ ਆਇਆ, ਹਰ ਇੱਕੋ ਸੁਕੜ ਸੁਜਾਣੀ ਹੈ। ਪੌੜੀ ਤੁਧ ਆਪੇ ਜਗਤ ਉਪਾਏ ਕੈ, ਤੁਧ ਆਪੇ ਧੰਦਾ ਲਾਇਆ। ਮੂਠ ਬੋਲੀ ਪਾਏ ਕੈ, ਤੁਧ ਆਪੋ ਜਗਤ ਖੁਆਇਆ। ਤ੍ਰਿਸ਼ਨਾ ਅੰਦਰ ਅਗਨ ਹੈ, ਨਾ ਤ੍ਰਿਪਤੈ ਭੁਖਾ ਤਿਹਾਇਆ। ਸੰਸਾਰ ਇਹ ਸੰਸਾਰ ਹੈ, ਮਰ ਜਮੈ ਆਇਆ ਜਾਇਆ। ਬਿਨ ਸਤਿਗੁਰ ਮੋਹ ਨ ਟੁੱਟਈ, ਸਭ ਥਕੇ ਕਰਮ ਕਮਾਇਆ। ਗੁਰਮਤੀ ਨਾਮ ਧਿਆਈਐ, ਸੁਖ ਰੱਜਾ ਜਾ ਤੁਧ ਪਾਇਆ। ਕੁਲ ਉਧਾਰੇ ਆਪਣਾ, ਧਨ ਜਨੇ ਦੀ ਮਾਇਆ। ਸ਼ੋਭਾ ਸੁਰਤ ਸੁਹਾਵਣੀ, ਜਿਨ ਹਰ ਸੇਤੀ ਚਿਤ ਲਾਇਆ। ਸ਼ਲੋਕ ਮਹਿਲਾ ਦੂਜਾ। ਅੱਖੀ ਬਾਝੋਂ ਵੇਖਣਾ, ਬਿਨ ਕੰਨਾ ਸੁਣਨਾ। ਪੈਰਾਂ
बाजो चलना बिन हथा करना जीवे बाजो बोलना यो जीवत मरना नानक हुक्म पछाण कै तो खसमै मिलना। हाँ जी, इस गुरु अंगद साहब जी के श्लोक ਨੂੰ प्रोफैसर साहब सिंह जी ने अर्थ करदियां बहुत सोहना उन्होंने व्याख्यान किया, क्योंकि जो असीं पाठ कर रहे हैं तो साडे सामने पाठ आ रहा अखीं बाजों वेखना, अखां तो बिना वेखना, विण कन्ना सुनना, कन्ना तो बिना सुनना। प्रोफैसर साहब अर्थ करदियां लिखते ने जे अखां तो बिना वेखीए, नाल फिर कहंदे ने भाव जे पराया रूप तक्कण दी वादी वल्लों इन्हां अखां नूं हटा के जगत नूं वेखीए। अखां नूं पराया रूप वेखण तो हटा के जगत नूं वेखीए। ਕੰਨਾਂ ਤੋਂ ਬਿਨਾ ਸੁਣੀਏ, ਭਾਵ ਨਿੰਦਾ ਸੁਣਨ ਦੀ ਵਾਦੀ ਹਟਾ ਕੇ ਇਹ ਕੰਨ ਵਰਤੀਏ। ਜੇ ਪੈਰਾਂ ਤੋਂ ਬਿਨਾ ਤੁਰੀਏ, ਭਾਵ ਜੇ ਮੰਦੇ ਪਾਸੇ ਵੱਲ ਦੌੜਨ ਤੋਂ ਪੈਰਾਂ ਨੂੰ ਵਰਜ ਰੱਖੀਏ। ਜੇ ਮੰਦੇ ਪਾਸੇ ਵੱਲ ਦੌੜਨ ਤੋਂ ਪੈਰਾਂ ਨੂੰ ਵਰਜ ਰੱਖੀਏ। ਜੇ ਹੱਥਾਂ ਤੋਂ ਬਿਨਾ ਕੰਮ ਕਰੀਏ, ਭਾਵ ਜੇ ਪਰਾਇਆ ਨੁਕਸਾਨ ਕਰਨ ਵੱਲੋਂ ਰੋਕ ਕੇ ਹੱਥਾਂ ਨੂੰ ਵਰਤੀਏ। ਫਿਰ ਕਹਿੰਦੇ ਨੇ ਜੇ ਜੀਭ ਤੋਂ ਬਿਨਾ ਬੋਲੀਏ, ਭਾਵ ਜੇ ਨਿੰਦਾ ਕਰਨ ਦੀ ਵਾਦੀ ਹਟਾ ਕੇ ਜੀਭ ਤੋਂ ਬੋਲਣ ਦਾ ਕੰਮ ਲਈਏ। ਇਸ ਤਰ੍ਹਾਂ ਜਿਉਂਦਿਆਂ ਮਰੀਦਾ, ਇਸ ਤਰ੍ਹਾਂ ਜਿਉਂਦਿਆਂ ਮਰੀਦਾ, ਇਹਨੂੰ ਕਹਿੰਦੇ ਆ ਜਿਉਂਦਿਆਂ ਮਰਨਾ। ਭਾਵ ਆਪਣੇ ਇੰਦਰੀਆਂ ਨੂੰ ਬੁਰਾਈ ਵੱਲੋਂ ਰੋਕ ਕੇ ਰੱਖਣਾ, ਹਟਾ ਕੇ ਰੱਖਣਾ, ਇਹਨੂੰ ਕਹਿੰਦੇ ਜਿਉਂਦਿਆਂ ਮਰਨਾ, ਇਹਨੂੰ ਕਹਿੰਦੇ ਜੀਵਤ ਮਰਨਾ। ਤਾਂ ਜੀਵਤ ਮਰਨੇ ਦੀ ਗੱਲ ਸਤਿਗੁਰੂ ਨੇ ਬਹੁਤ ਵਾਰ ਬਾਣੀ ਚ ਕੀਤੀ ਹੈ, ਔਰ ਬੜੀ ਵਾਰ ਸਤਿਗੁਰੂ ਨੇ ਇਹ ਬਾਤ ਸਾਡੇ ਪੱਲੇ ਪਾਉਂਦਿਆਂ ਇਸ ਗੱਲ ਵੱਲ ਧਿਆਨ ਦਿਵਾਇਆ ਕਿ ਜਿਉਂਦਿਆਂ ਮਰਨਾ ਹੀ ਅਸਲ ਨਿਸ਼ਾਨੇ ਵੱਲ ਵਧਣ ਦੀ ਗੱਲ ਹੈ। ਜੇ ਜਿਉਂਦਿਆਂ ਮਰੇ ਨਹੀਂ, ਜਿਉਂਦਿਆਂ ਮਰਨਾ ਨਹੀਂ ਆਇਆ ਤਾਂ ਤੁਸੀਂ ਨਿਸ਼ਾਨੇ ਵੱਲ ਵਧੋਗੇ ਨਹੀਂ, ਜਿੱਥੇ ਅਟਕੇ ਹੋ ਉੱਥੇ ਹੀ ਅਟਕੇ ਰਹੋਗੇ। ਤਾਂ ਇੱਕ ਵਾਕ ਸਤਿਗੁਰੂ ਜੀ ਦਾ ਆਪ ਸੰਗਤ ਦੇ ਬਹੁਤ ਯਾਦ ਹੋਏਗਾ, ਬਹੁਤ ਵਾਰੀ ਅਸੀਂ ਸੁਣਦੇ ਹਾਂ, ਸ਼ਬਦ ਮਰੋ ਫਿਰ ਜੀਵੋ ਸਦ ਹੀ। ਸ਼ਬਦ ਮਰੋ, ਸ਼ਬਦ ਦੇ ਦੱਦੇ ਦੀ ਸਿਹਾਰੀ ਹੈ, ਭਾਵ ਹੈ ਸ਼ਬਦ ਰਾਹੀਂ ਮਰ ਜਾਓ, ਭਾਵ ਬੁਰਾਈ ਵੱਲੋਂ ਹਟ ਜਾਓ, ਰੁਕ ਜਾਓ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਫਿਰ ਸਦਾ ਹੀ ਜੀਵੋ, ਫਿਰ ਮੌਤ ਨਹੀਂ ਆਏਗੀ, ਬੁਰਾਈਆਂ ਵੱਲ ਨਹੀਂ ਤੁਸੀਂ ਵਾਰ-ਵਾਰ ਉਲਝੋਗੇ। ਸਤਿਗੁਰੂ ਜੀ ਨੇ, ਗੁਰੂ ਅੰਗਦ ਸਾਹਿਬ ਜੀ ਨੇ ਇਸ ਸ਼ਲੋਕ ਵਿੱਚ ਵੀ ਇਦਾਂ ਹੀ ਸਾਨੂੰ ਭਾਵ ਦਿੱਤਾ। ਯਾਦ ਰੱਖਣਾ, ਨੋਟ ਕਰ ਲੈਣਾ। ਜੇ ਅਸੀਂ ਇਦਾਂ ਕਹੀਏ ਕਿ ਸਾਡੀ ਸਿੱਖੀ ਦਾ ਇਹ ਕਿਰਦਾਰ ਹੈ, ਜਾਂ ਅਸੀਂ ਇਦਾਂ ਕਹੀਏ ਕਿ ਸਾਡੀ ਸਿੱਖੀ ਦੀਆਂ ਇਹ ਨਿਸ਼ਾਨੀਆਂ ਆ, ਤਾਂ ਇਹਦੇ 'ਚ ਕੋਈ ਅਤਕਥਨੀ ਨਹੀਂ ਹੋਏਗੀ, ਕਿਉਂਕਿ ਸਿੱਖ ਇਦਾਂ ਹੀ ਜਿਉਂਦਾ ਆ। ਇਹ ਸਿੱਖੀ ਦੇ ਕਿਰਦਾਰ ਦੀਆਂ ਬਾਤਾਂ ਨੇ, ਔਰ ਇਹ ਕੇਵਲ ਬਾਣੀ 'ਚ ਹੀ ਨਹੀਂ ਲਿਖਿਆ ਰਹਿ ਗਿਆ। ਬਾਣੀ 'ਚ ਸਤਿਗੁਰੂ ਨੇ ਕਿਹਾ, ਇਤਿਹਾਸ ਨੂੰ ਪੜ੍ਹੋਗੇ ਤੁਹਾਨੂੰ ਇਤਿਹਾਸ ਵਿੱਚ ਉਹਨਾਂ ਮਰਜੀਵੜਿਆਂ ਦਾ ਉਹ ਸਾਰਾ ਸੁਨਹਿਰੀ ਜੀਵਨ ਮਿਲ ਜਾਏਗਾ ਜਿੱਥੇ ਉਹਨਾਂ ਨੇ ਇਸ ਨੂੰ ਜੀ ਕੇ ਵਿਖਾਇਆ ਔਰ ਕਰਕੇ ਵਿਖਾਇਆ। ਗੁਰੂ ਸਾਹਿਬ ਨੇ ਕਿਹਾ, ਸਿੱਖਾਂ ਨੇ ਮੰਨ ਕੇ ਕਰਕੇ ਦਿਖਾਇਆ। ਤੋ ਸਾਡੇ ਲਈ ਮਾਣ ਦੀ ਗੱਲ ਹੈ ਕਿ ਸਾਡੇ ਕੋਲ ਸਾਡਾ ਇਤਿਹਾਸ ਵੀ ਸਾਡੀ ਅਗਵਾਈ ਕਰਦਾ, ਔਰ ਅੱਜ ਅਸੀਂ ਇਹਨੂੰ ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਸਮਝ ਰਹੇ ਹਾਂ। ਸਾਨੂੰ ਵੀ ਆਪਣੇ ਕਿਰਦਾਰ ਦੇ ਅੰਦਰ ਇਸ ਸਤਿਗੁਰੂ ਦੇ ਮੁਬਾਰਕ ਬਚਨ ਨੂੰ ਲੈ ਕੇ ਆਉਣਾ ਚਾਹੀਦਾ, ਤਾਂ ਕਿ ਅਸੀਂ ਵੀ ਇਸ ਉੱਚੇ ਸੁੱਚੇ ਕਿਰਦਾਰ ਨੂੰ ਮਾਣ ਸਕੀਏ। ਜੀ ਮੈਂ ਨਾ ਦੂਜਾ ਜਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਏ, ਰੋਲਾ ਟੁੰਡਾ ਅੰਧਲਾ ਕਿਉਂ ਕਲ ਗਲ ਲੱਗੈ ਤਾਏ, ਟੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ,
नानक कहे सियाणिए इब कंत मिलावा होए। नानक कहे सियाणिए इम कंत मिलावा होए। सियाणिए भैणे तू कंत ਨੂੰ ਮਿਲਣਾ ਚਾਹੁੰਦੀ ਹੈ, ਕਹਿੰਦੇ ਇਮ ਕੰਤ ਮਿਲਾਵਾ, ਇਮ ਐਵੇਂ ਇਸ ਤਰੀਕੇ ਨਾਲ ਕੰਤ ਮਿਲਾਵਾ ਹੋਏ, ਐਵੇਂ ਤੈਨੂੰ ਰੱਬ ਨਾਲ ਮਿਲਾਪ ਹੋਏਗਾ। ਕਿਵੇਂ? ਸਤਿਗੁਰੂ ਨੇ ਇਹਦੇ ਚ ਵੀ ਜੁਗਤੀ ਸਮਝਾਈ। ਮਹਾਰਾਜ ਕਹਿੰਦੇ ਨੇ ਦਿਸੈ ਸੁਣੀਐ ਜਾਣੀਐ। ਪਰਮੇਸ਼ਰ ਕੁਦਰਤ ਵਿੱਚ ਵਸਦਾ ਦਿਸਦਾ ਵੀ ਹੈ, ਸੁਣਿਆ ਵੀ ਜਾ ਰਿਹਾ ਹੈ। ਸਾਉ ਨਾ ਪਾਇਆ ਜਾਏ, ਸਵਾਦ ਉਹ ਰਸ ਉਹ ਆਨੰਦ ਮਾਣਿਆ ਨਹੀਂ ਜਾ ਰਿਹਾ। ਨਾਲ ਹੀ ਕਹਿੰਦੇ ਨੇ ਕਿਵੇਂ ਸਵਾਦ ਮਾਣਿਆ ਜਾ ਸਕਦਾ ਹੈ, ਜਦੋਂ ਨਾ ਹੱਥ ਆ ਨਾ ਪੈਰ ਆ। ਸਤਿਗੁਰੂ ਦੇ ਵਾਕ ਵੇਖੋ, ਰੋਹਲਾ ਜਿਹਦੇ ਪੈਰ ਨਹੀਂ, ਪੈਰ ਹੀ ਨਾ ਲੂਲਾ। ਨਾਲ ਕਹਿੰਦੇ ਟੁੰਡਾ ਜਿਹਦੇ ਹੱਥ ਨਹੀਂ। ਅੰਧਲਾ ਜਿਹਦੀਆਂ ਅੱਖਾਂ ਵੀ ਨਹੀਂ, ਪੈਰ ਵੀ ਨਹੀਂ, ਹੱਥ ਵੀ ਨਹੀਂ, ਅੱਖਾਂ ਵੀ ਨਹੀਂ। ਅੰਧਲਾ ਕਿਉਂ ਗਲ ਲੱਗੇ ਧਾਏ? ਇਹ ਭੱਜ ਕੇ, ਧਾਏ ਦਾ ਅਰਥ ਹੁੰਦਾ ਹੈ ਭੱਜਣਾ, ਦੌੜ ਕੇ। ਭੱਜ ਕੇ ਰੱਬ ਦੇ ਗਲ ਇਹ ਕਿੱਦਾਂ ਲੱਗ ਜਾਏ? ਨਾ ਪੈਰ ਨਾ ਹੱਥ ਨਾ ਅੱਖਾਂ। ਰੱਬ ਨੂੰ ਮਿਲਣਾ ਚਾਹੁੰਦਾ, ਕਿਵੇਂ ਮਿਲੇ? ਸਰੀਰ ਹੀ ਅਧੂਰਾ ਹੈ। ਫਿਰ ਸਤਿਗੁਰੂ ਨੇ ਉਹਦਾ ਤਰੀਕਾ ਦੱਸਿਆ। ਅਗਲੀ ਲਾਈਨ ਦੇਖਿਓ, ਭੈ ਕੇ ਚਰਨ ਨਿਰਮਲ ਅਦਬ ਦੇ ਪੈਰ ਬਣਾ। ਤੇਰੇ ਕੋ ਪੈਰ ਨਹੀਂ ਹੈਗੇ, ਭੈ ਕੇ ਚਰਨ ਨਿਰਮਲ ਅਦਬ ਦੇ ਪੈਰ ਬਣਾ। ਨਾਲ ਕਹਿੰਦੇ ਕਰ ਭਾਵ ਕੇ, ਪਿਆਰ ਦੇ ਤੇਰੇ ਕੋਲ ਹੱਥ ਹੋਣ, ਪਿਆਰ ਦੇ ਹੱਥ ਹੋਣ। ਲੋਇਣ ਸੁਰਤ ਕਰੇ, ਸੁਰਤੀ ਦੀਆਂ ਅੱਖਾਂ ਬਣਾ। ਤਿੰਨੇ ਚੀਜ਼ਾਂ ਨਹੀਂ ਨਾ, ਨਿਰਮਲ ਅਦਬ, ਪਿਆਰ ਤੇ ਸੁਰਤ, ਜਿਹੜੀ ਸਤਿਗੁਰੂ ਵੱਲੋਂ ਬਖਸ਼ੀ ਆ, ਨਹੀਂ ਹੈਗੀ। ਕਹਿੰਦੇ ਤਿੰਨੇ ਚੀਜ਼ਾਂ ਤੇਰੇ ਕੋਲ ਹੋਣੀਆਂ ਚਾਹੀਦੀਆਂ, ਪਿਆਰ, ਨਿਰਮਲ ਅਦਬ ਤੇ ਗੁਰੂ ਵੱਲੋਂ ਬਖਸ਼ੀ ਹੋਈ ਸੁਰਤ। ਸੁਰਤ ਅੱਖਾਂ ਬਣ ਜਾਏ, ਪਿਆਰ ਦੇ ਹੱਥ ਬਣ ਜਾਣ ਤੇ ਨਿਰਮਲ ਅਦਬ ਦੇ ਪੈਰ ਬਣ ਜਾਣ। ਨਾਨਕ ਕਹੇ ਸਿਆਣੀਏ ਇਮ ਕੰਤ ਮਿਲਾਵਾ ਹੋਏ, ਐਵੇਂ ਕੰਤ ਮਿਲਾਵਾ ਹੋਏਗਾ। ਆ ਗੁਣ ਧਾਰਨ ਕਰ। ਇਹ ਗੁਣ ਹੀ ਤੈਨੂੰ ਪਰਮੇਸ਼ਰ ਤੱਕ ਲੈ ਕੇ ਜਾਣਗੇ। ਇਹ ਗੁਣ ਹੀ ਤਰੀਕਾ ਹੈ ਪਰਮੇਸ਼ਰ ਨਾਲ ਇੱਕਮਿਕ ਹੋਣ ਦਾ। ਤੋ ਸਤਿਗੁਰੂ ਨੇ ਬਹੁਤ ਸੋਹਣੀ ਵਿਚਾਰ ਇਸ ਬਾਣੀ ਦੇ ਰਾਹੀਂ ਸਾਨੂੰ ਬਖਸ਼ਿਸ਼ ਕੀਤੀ ਹੋਈ ਆ। ਇਦਾਂ ਕਹਿ ਲਓ ਕਿ ਸਾਡਾ ਸਮਾਜ ਬਹੁਤ ਸਾਰਾ ਉਹ ਹਿੱਸਾ ਆ ਜਿਹੜਾ ਅੱਜ ਤੱਕ ਬਾਣੀ ਇਸ ਨੂੰ ਸਮਝ ਹੀ ਨਹੀਂ ਸਕਿਆ। ਅਸੀਂ ਬਾਹਰਲੀਆਂ ਗੱਲਾਂ 'ਚ ਉਲਝੇ ਰਹੇ, ਅਸੀਂ ਬੜੀਆਂ ਸਾਰੀਆਂ ਇਦਾਂ ਦੀਆਂ ਮਨਮਤਾਂ ਵਿੱਚ ਉਲਝ ਗਏ, ਸੁਣੀਆਂ ਸੁਣਾਈਆਂ ਗੱਲਾਂ ਤੇ ਯਕੀਨ ਕਰਦੇ ਰਹੇ। ਪਰ ਤੁਸੀਂ ਦੇਖੋ, ਜਦੋਂ ਅਸੀਂ ਆਪ ਖੁਦ ਪੜ੍ਹਦੇ ਹਾਂ, ਸਮਝਦੇ ਹਾਂ, ਤਾਂ ਸਤਿਗੁਰੂ ਦੀਆਂ ਇਹ ਗੱਲਾਂ, ਸਤਿਗੁਰੂ ਦੀਆਂ ਇਹ ਵਿਚਾਰਾਂ, ਸਤਿਗੁਰੂ ਦੇ ਪਵਿੱਤਰ ਬੋਲ ਸਾਨੂੰ ਕਿੱਧਰ ਦਾ ਕਿੱਧਰ ਲੈ ਕੇ ਜਾਂਦੇ ਆ। ਔਰ ਜੇ ਅਸੀਂ ਇਸ ਬਾਣੀ ਵਾਲੇ ਪੱਖ ਤੋਂ ਥੋੜਾ ਜਿਹਾ ਪਾਸੇ ਹੋ ਕੇ ਸੋਚੀਏ ਤਾਂ ਫਿਰ ਅਸੀਂ ਕਿੱਦਾਂ ਦਾ ਮੰਨ ਰਹੇ ਹਾਂ, ਕਿੱਦਾਂ ਦਾ ਸੁਣ ਰਹੇ ਹਾਂ, ਕਿੱਦਾਂ ਦਾ ਅਸੀਂ ਸਾਰਾ ਕੁਛ ਆਲਾ ਦੁਆਲਾ ਬਣਾ ਕੇ ਬੈਠੇ ਹਾਂ। ਤਾਂ ਆਓ ਅਸੀਂ ਸਮਝਣ ਦੀ ਨਾਲ ਨਾਲ ਕੋਸ਼ਿਸ਼ ਕਰਦੇ ਜਾਈਏ, ਨਾਲ ਨਾਲ ਅਸੀਂ ਪੜ੍ਹਦੇ ਜਾਈਏ ਜੀ। पौड़ी सदा सदा तू एक है, तुझ दूजा खेल रचाया। मैं गर्भ उपाय कै लोभ अंतर जनता पाया। ज्यों पावे त्यों रख तू, सब करे तेरा कराया। इतना बख्शे मेल लै, गुरमती तुझे लाया। एक खड़े करे तेरी चाकरी, बिन नाम और न पाया।
और कार बेकार है, एक सच्ची कार लाया। उत कलत कुटुंब है, एक अलग तरह है जो तुझ पाया। ओ अंदरों बाहरों निर्मले, सच्चे नाए समाया। श्लोक मैला पहला, सोने कै पर्वत गुफा करी, कै पानी प्याल, कै विच धरती कै आकाशी। उर्द रहा सिर पार, उड़ कर काया कपड़ पहरा, धुआं सदाकार। बक्का रत्ता पियला काला, बेटा करी पुकार। हुए कुचील रहा मन तारी, दुर्मत मत विकार। ना हो ना मैं ना होवा, नानक शब्द विचार। ना हो ना मैं ना हऊँ होवां, नानक शब्द विचार। जी पहला पहला वस्त्र पखाल, पखाले काया। आपे संजम होवे, अंतर लैल लगी नहीं जाने, बाहरों मन मन धोवे। हाँ, वस्त्र पखाल पखाले काया, आपे संजम होवे, अंतर मैल लगी नहीं जाने। इथे रुकना पएगा जी। अंतर मैल लगी नहीं जाने, बाहरों मल मल धोवे। अंदर मैल लगी आ, ਉਹਨੂੰ ਜਾਣਦਾ नहीं समझदा नहीं, बाहरों मल मल धोवे। जी अंधा फूल पया जम जाले, वस्त पराई अपनी कर जाने। हूँ मैं विच दुख काले, नानक गुरमुख हूँ मैं टुटै। ता हर हर नाम ध्यावै, नाम जपे नामो आराधे, नामे सुख समावै। पवड़ी काया हंस संजोग, मेल मिलाया। तिन ही किया विजोग, जिन उपाया। मूर्ख भोगे भोग, दुख सबाया। सुखों उठे रोग, पाप कमाया। हर को सोग वियोग, उपाय खपाया। मूर्ख गणत गणाए, झगड़ा पाया। सतगुर हथ नवेड़, झगड़ चुकाया। करता करे सुभोग, ना चलै चलाया। श्लोक मैला पहला, कूड़ बोल मुर्दार खाए। अवरी नो समझावन जाए, मुठा आप मुहाए साथै। नानक ऐसा आगू जापै, मुठा आप मुहाए साथै। नानक ऐसा आगू जापੈ। ਇਹਨੂੰ ਆਗੂ ਕਹਿੰਦੇ ਨੇ। ਕੀ ਆਗੂ ਇਹ ਹੁੰਦਾ ਆ? ਕੀ ਇਹ ਆਗੂ ਦਾ ਕਿਰਦਾਰ ਹੈ? ਦੇਖ ਲਓ ਫੈਸਲਾ ਸਤਿਗੁਰੂ ਕਿੰਨਾ ਸਮਾਂ ਪਹਿਲਾਂ, ਗੁਰੂ ਨਾਨਕ ਸਾਹਿਬ ਦਾ ਸ਼ਲੋਕ ਹੈ, ਕਿੰਨਾ ਸਮਾਂ ਪਹਿਲਾਂ ਇਸ ਗੱਲ ਦਾ ਫੈਸਲਾ ਕਰਕੇ ਗਏ, ਸਮਝਾ ਕੇ ਗਏ। ਔਰ ਗੁਰਸਿੱਖਾਂ ਨੇ ਇਸ ਸ਼ਲੋਕ ਨੂੰ ਅਮਲ ਵਿੱਚ ਰੱਖਦਿਆਂ ਸੱਚਮੁੱਚ ਹੀ ਆਗੂਆਂ ਨੂੰ ਚੁਣਨ ਲੱਗਿਆਂ, ਆਗੂਆਂ ਦੀ ਅਗਵਾਈ ਕਬੂਲਣ ਲੱਗਿਆਂ ਬਹੁਤ ਸੋਹਣਾ ਤੌਰ ਤਰੀਕਾ ਅਪਣਾ ਕੇ ਰੱਖਿਆ। ਔਰ ਉਹਨਾਂ ਆਗੂਆਂ ਦੀ ਅਗਵਾਈ ਵਿੱਚ ਚੱਲਦਿਆਂ ਸਿੱਖ ਰਾਜ ਭਾਗ ਤੱਕ ਪਹੁੰਚੇ। ਕਾਬਲ ਕੰਧਾਰ ਕੰਬਿਆ। ਔਰ ਦੇਖ ਲਓ ਕਿ ਸਤਿਗੁਰੂ ਨੇ
ਇਹਨਾਂ 3 ਲਾਈਨਾਂ ਦੇ ਵਿੱਚ 4 ਲਾਈਨਾਂ 'ਚ ਫੈਸਲਾ ਕਿੱਡਾ ਵੱਡਾ ਦਿੱਤਾ ਹੈ। ਜੇ ਕਰਨਾ ਪਵੇ, ਪੜ੍ਹਨਾ ਪਵੇ ਤਾਂ ਸਿਰਫ 1-1.5 ਮਿੰਟ ਦੀ ਗੱਲ ਹੈ। ਜੇ ਕਰਨਾ ਪਵੇ ਤਾਂ ਸਾਨੂੰ ਕਿੰਨੀ ਭੰਨ ਤੋੜ ਇਸ ਵੇਲੇ ਕਰਨ ਦੀ ਲੋੜ ਹੈ। ਕੂੜ ਬੋਲ, ਕੂੜ ਦਾ ਅਰਥ ਹੁੰਦਾ ਹੈ ਝੂਠ। ਬੋਲ ਦੇ ਲੱਲੇ ਨੂੰ ਸਿਹਾਰੀ ਲੱਗੀ ਆ। ਕੂੜ ਬੋਲ ਕੇ, ਝੂਠ ਬੋਲ ਕੇ ਮੁਰਦਾਰ ਖਾਏ, ਪਰਾਇਆ ਹੱਕ ਖਾਂਦਾ, ਪਰਾਇਆ ਹੱਕ ਖਾਂਦਾ, ਮੁਰਦਾਰ ਖਾਂਦਾ। ਅਵਰੀ ਨੂੰ ਸਮਝਾਵਣ ਜਾਏ। ਅਵਰੀ ਦਾ ਅਰਥ ਹੈ ਹੋਰਨਾਂ ਨੂੰ, ਦੂਜਿਆਂ ਨੂੰ ਸਮਝਾਵਣ ਜਾਏ, ਦੂਜਿਆਂ ਨੂੰ ਅਕਲ ਦੇਣ ਜਾਂਦਾ ਹੈ, ਮੱਤ ਦੇਣ ਜਾਂਦਾ ਹੈ। ਮੁੱਠਾ ਆਪ, ਮੁੱਠਾ ਦਾ ਅਰਥ ਹੈ ਲੁੱਟਿਆ ਹੋਇਆ। ਆਪ ਲੁੱਟਿਆ ਹੋਇਆ ਆ, ਆਪਣੇ ਪੱਲੇ ਕੱਖ ਨਹੀਂ। ਮੁਹਾਏ ਸਾਥ ਹੈ, ਪਿੱਛੇ ਲੱਗਣ ਵਾਲਿਆਂ ਨੂੰ ਵੀ ਮੁਹਾਏ, ਭਾਵ ਉਹਨਾਂ ਨੂੰ ਵੀ ਤਬਾਹ ਕਰ ਰਿਹਾ, ਉਹਨਾਂ ਨੂੰ ਵੀ ਲੁਟਾ ਰਿਹਾ। ਆਪ ਤਾਂ ਲੁੱਟਿਆ ਹੀ ਆ, ਪਿੱਛੇ ਲੱਗਣ ਵਾਲਿਆਂ ਨੂੰ ਵੀ ਲੁਟਾ ਰਿਹਾ, ਤਬਾਹ ਕਰ ਰਿਹਾ। ਨਾਨਕ ਐਸਾ ਆਗੂ ਜਪ ਹੈ। ਇਹ ਨਾਨਕ ਇਹਨੂੰ ਆਗੂ ਕਹਿੰਦੇ ਨੇ, ਇਹ ਆਗੂ ਦੇ ਲੱਛਣ ਨੇ। ਜੇ ਇਦਾਂ ਦਾ ਆਗੂ ਹੋਏਗਾ ਤਾਂ ਕਿਹੜਾ ਸਮਾਜ ਪਾਰ ਲੱਗ ਜਾਏਗਾ, ਕਿਹੜਾ ਸਮਾਜ ਤਰੱਕੀ ਕਰ ਜਾਏਗਾ, ਕਿਹੜਾ ਸਮਾਜ ਇਸ ਸੰਸਾਰ ਦੇ ਅੰਦਰ ਸਿਰ ਉੱਚਾ ਕਰਕੇ ਜੀ ਸਕੇਗਾ? ਨਹੀਂ ਜੀ ਸਕੇਗਾ, ਕਿਉਂਕਿ ਆਪ ਵੀ ਲੁੱਟਿਆ ਜਾ ਰਿਹਾ, ਪਿੱਛੇ ਲੱਗਣ ਵਾਲਿਆਂ ਨੂੰ ਵੀ ਤਾਂ ਤਬਾਹ ਕਰੇਗਾ ਨਾ। ਕਬੀਰ ਸਾਹਿਬ ਜੀ ਦੇ ਬੋਲ ਆਪ ਜੀ ਨੂੰ ਸ਼ਾਇਦ ਯਾਦ ਹੀ ਹੋਣੇ ਆ। ਆਪ ਡੁੱਬੇ ਚੌਂ ਬੇਦ ਮੈਂ, ਚੇਲੇ ਦੀਏ ਬਹਾਏ। ਤਾਂ ਇਸ ਸ਼ਲੋਕ ਨੂੰ ਸਿਰਫ ਰਾਜਨੀਤੀ ਦੇ ਤੌਰ ਤੇ ਨਹੀਂ, ਧਾਰਮਿਕ ਤੌਰ ਤੇ ਵੀ ਸਾਨੂੰ ਦੇਖਣ ਦੀ ਲੋੜ ਆ, ਕਿਉਂਕਿ ਅਗਵਾਈ ਸਾਨੂੰ ਦੋਵਾਂ ਤਰਫਾਂ ਤੋਂ ਮਿਲਦੀ ਆ, ਰਾਜਨੀਤੀ ਦੀ ਵੀ ਆ, ਧਾਰਮਿਕ ਵੀ ਆ। ਔਰ ਦੋਵਾਂ ਥਾਵਾਂ ਤੇ ਇਹ ਜਿਹੜੀ ਚੀਜ਼ ਸਤਿਗੁਰੂ ਨੇ ਕਹੀ ਆ, ਇਹ ਦੋਵਾਂ ਥਾਵਾਂ ਤੇ ਨਜ਼ਰ ਨਹੀਂ ਆਉਣੀ ਚਾਹੀਦੀ। ਜਿੰਨਾ ਇਹ ਸ਼ਲੋਕ ਲਿਖਿਆ, ਇਸ ਸ਼ਲੋਕ ਤੋਂ ਉਲਟ ਹੋਣਾ ਚਾਹੀਦਾ ਸਾਡੇ ਕੋਲ, ਤਾਂ ਅਸੀਂ ਗੁਰੂ ਬਾਬੇ ਦੇ ਬੋਲਾਂ ਤੇ ਖਰੇ ਉਤਰਨ ਜੋਗੇ ਆ। ਵਰਨਾ ਜੇ ਆਹ ਗੱਲ ਹੈ ਤਾਂ ਆਗੂ ਤਾਂ ਜਿਹੋ ਜੇ ਹੈਗੇ ਨੇ ਹੈਗੇ ਆ, ਪਰ ਪਿੱਛੇ ਲੱਗਣ ਵਾਲੇ, ਅਗਵਾਈ ਕਬੂਲਣ ਵਾਲੇ, ਅੱਖਾਂ ਮੀਟ ਕੇ ਚੱਲਣ ਵਾਲੇ ਵੀ ਲੁੱਟੇ ਹੀ ਜਾਂਦੇ ਆ। ਉਹ ਵੀ ਆਗੂਆਂ ਦੀ ਤਰ੍ਹਾਂ ਹੀ ਉਸੇ ਰਾਹ ਤੇ ਤੁਰਦੇ ਆ, ਕੁਝ ਹਾਸਲ ਨਹੀਂ ਕਰ ਪਾਉਣਗੇ ਜੀ। ਮਹਿਲਾ ਚੌਥਾ, ਜਿਸ ਦਾ ਅੰਦਰ ਸੱਚ ਹੈ, ਸੋ ਸੱਚਾ ਨਾਮ ਮੁਖ ਸੱਚ ਅਲਾਏ। ਉਹ ਹਰ ਮਾਰਗ ਆਪ ਚੱਲਦਾ, ਹੋਰਨਾਂ ਨੂੰ ਹਰ ਮਾਰਗ ਪਾਏ। ਆ ਦੇਖਿਓ ਜੀ ਪਾਠ ਭਲਾ ਸੌਖਾ ਹੀ ਆ, ਬਹੁਤਾ ਔਖਾ ਨਹੀਂ। ਜਿਸ ਦੇ ਅੰਦਰ ਸੱਚ ਹੈ, ਸੋ ਸੱਚਾ ਨਾਮ ਮੁਖ ਸੱਚ ਅਲਾਏ। ਅਗਲੀ ਲਾਈਨ ਬੋਲਿਓ ਜੀ। ਆ ਮੇਰੇ ਕੋ ਚਾਨਣ ਘੱਟ ਹੈ, ਦਿਸਦਾ ਨਹੀਂ, ਤੁਸੀਂ ਬੋਲਿਓ। ਆਪ ਚੱਲਦਾ, ਉਹ ਹਰ ਮਾਰਗ ਆਪ ਚੱਲਦਾ। ਬੋਲੋ ਜੀ, ਮੇਰੇ ਨਾ ਅੱਗੇ ਮਾਈਕ ਆ, ਉਹ ਪੋਥੀ ਥੱਲੇ ਨਜ਼ਰ ਨਹੀਂ ਆ ਰਿਹਾ। ਉਹ ਹਰ ਮਾਰਗ ਆਪ ਚੱਲਦਾ, ਆਪ ਚੱਲਦਾ। ਅੱਗੇ ਹੋਰਨਾਂ ਨੂੰ ਹਰ ਮਾਰਗ। ਤਾਂ ਫਿਰ ਆਪਾਂ ਨੂੰ ਚਾਹੀਦਾ ਨਾ ਵੀ ਆਪਾਂ ਹੋਰ ਵੀਰਾਂ ਭੈਣਾਂ ਨੂੰ ਵੀ ਪ੍ਰੇਰ ਕੇ ਲਿਆਈਏ। ਆਪਾਂ ਆਪ ਤਾਂ ਚੱਲ ਪਏ, ਪਰ ਹੋਰਨਾਂ ਨੂੰ ਵੀ ਗੱਲ ਆ ਰਹੀ ਹੈ ਨਾ, ਦੇਖੋ ਨਾਲ। ਬਣਦਾ ਕਿ ਨਹੀਂ ਬਣਦਾ? ਤਾਂ ਬਣਦਾ ਆ। ਇੱਕ ਗੱਡੀ ਜਾਣੀ ਹੋਵੇ ਮਹੱਲੇ ਚੋਂ 2-4 ਤਾਂ ਵਿਆਹ ਤੇ ਨਾਲ ਤੋਰੀ ਪੈਂਦੇ ਆ, ਤੇ ਇਸ ਪਾਸੇ ਨੂੰ ਵੀ ਆ ਸਕਦੇ ਆ, ਕਿਹੜੀ ਏਡੀ ਗੱਲ ਹੈ। ਤਾਂ ਇਹ ਹੁਣ ਅਸੀਂ ਸੋਚੀਏ ਕਿ ਕਿੱਦਾਂ ਕਰਨਾ। ਇਹ ਸਾਡੀ ਸਾਰਿਆਂ ਦੀ ਡਿਊਟੀ ਬਣਦੀ ਆ, ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ। ਔਰ ਜ਼ਰੂਰੀ ਨਹੀਂ ਜੋ ਸਾਨੂੰ ਸਮਝ ਲੱਗ ਰਿਹਾ ਨਾ, ਉਹ ਅਸੀਂ ਘਰ ਜਾ ਕੇ ਆਲੇ ਦੁਆਲੇ ਦੇ ਉਹਨਾਂ ਵੀਰਾਂ ਭੈਣਾਂ ਨਾਲ ਕੋਈ ਇਦਾਂ ਦਾ ਟਾਈਮ ਸੈਟਿੰਗ ਕਰੀਏ ਵੀ ਅਸੀਂ ਮੇਜ਼ ਤੇ ਬੈਠੇ ਆ, ਚਾਹ ਪੀ ਰਹੇ ਆ, ਬਾਹਰ ਸੜਕ ਤੇ ਬੈਠੇ ਘੜੀ, ਤਾਂ ਜਦੋਂ ਵੀ ਬਹਿਨੇ ਆ ਉਦੋਂ ਅਸੀਂ ਗੁਰਬਾਣੀ ਦੀ ਚਰਚਾ ਛੇੜੀਏ। ਬਥੇਰੀਆਂ ਗੱਲਾਂ ਨੇ, ਸਮਾਜ ਦੇ ਦੁੱਖ ਸੁੱਖ, ਹੋਰ ਬਹੁਤ ਕੁਛ ਆ, ਪਰ ਉਹਦੇ ਚ ਕੁਝ ਹਿੱਸਾ ਅਸੀਂ ਬਾਣੀ ਦਾ ਵੀ ਛੇੜੀਏ।
ਸਾਡੇ ਸੁਭਾਅ 'ਚ ਆਉਣੀ ਚਾਹੀਦੀ ਹੈ ਗੱਲ। ਜਿੱਥੇ ਬੈਠੇ ਆ ਗੱਲਾਂ ਕਰਦਿਆਂ ਵਿੱਚ ਅਸੀਂ ਆਪਣੀ ਗੱਲ ਬਾਣੀ ਵਾਲੀ ਵੀ ਲੈ ਕੇ ਆਈਏ। ਕਿਉਂ ਜੀ? ਚਾਹੀਦੀ ਹੈ ਨਾ, ਲਿਆਉਣੀ ਚਾਹੀਦੀ ਹੈ ਸਾਨੂੰ। ਤਾਂ ਇਹਨੂੰ ਇੱਕ ਵਾਰੀ ਅਸੀਂ ਫਿਰ ਪਾਠ ਕਰਦੇ ਹਾਂ, ਗੌਰ ਕਰਿਓ, ਧਿਆਨ ਕਰਿਓ। महला चौथा, जिसके अंदर सच है सो सच्चा नाम मुख सच अलाए। ओ हर मार्ग आप चलदा होर नानो हर मार्ग पाए। जे अगे तीरथ होए ता मन लहै छप्पड़ नाट्य सगली मन लाए। तीरथ पूरा सतगुरु जो अनदिन हर हर नाम ध्याए। को आप छुटा कुटुंब स्यों दे हर हर नाम सब सृष्ट चढ़ाए। जन नानक तिस बलिहारण जो आप जपै अवरा नाम जपाए। ਤੀਰਥ ਪੂਰਾ ਸਤਿਗੁਰੂ। ਪੂਰਾ ਸਤਿਗੁਰੂ ਹੀ ਸਾਡਾ ਸਿੱਖਾਂ ਦਾ ਸਭ ਤੋਂ ਵੱਡਾ ਤੇ ਮਹਾਨ ਪਵਿੱਤਰ ਤੀਰਥ ਹੈ। ਗੁਰੂ ਤੋਂ ਇਲਾਵਾ ਸਾਡਾ ਹੋਰ ਕੋਈ ਤੀਰਥ ਨਹੀਂ। ਜਿੰਨੇ ਸਾਡੇ ਕੋਲ ਗੁਰਧਾਮ ਗੁਰਦੁਆਰੇ ਉਹ ਸਾਡੇ ਇਤਿਹਾਸਕ ਸਥਾਨ ਹੈ, ਉਹ ਸਾਡੇ ਇਤਿਹਾਸ ਦੀਆਂ ਨਿਸ਼ਾਨੀਆਂ ਆ। ਉੱਥੇ ਗੁਰੂ ਸਾਹਿਬ ਨੇ ਬੈਠ ਕੇ ਇਤਿਹਾਸ ਰਚਿਆ, ਬਹੁਤ ਸਾਰੇ ਪਰਉਪਕਾਰ ਸਾਡੇ ਸਮਾਜ ਤੇ ਕੀਤੇ। ਤੀਰਥ ਦਾ ਅਰਥ ਹੁੰਦਾ ਉਹ ਥਾਂ ਜਿੱਥੇ ਕੀਤੇ ਹੋਏ ਪਾਪ ਧੋਤੇ ਜਾਂਦੇ ਆ ਤੇ ਵਿਅਕਤੀ ਪਵਿੱਤਰ ਹੋ ਜਾਂਦਾ। ਤੇ ਸਾਡੇ ਕੋਲ ਸਤਿਗੁਰੂ ਜੀ ਦੀ ਵਿਚਾਰ ਇਸ ਗੱਲ ਤੇ ਮੋਹਰ ਲਾਉਂਦੀ ਹੈ ਕਿ ਕੋਈ ਵੀ ਐਸਾ ਥਾਂ ਧਰਤੀ ਤੇ ਨਹੀਂ ਜਿੱਥੇ ਕੋਈ ਨਹਾ ਕੇ ਪਵਿੱਤਰ ਹੋ ਜਾਵੇ ਤੇ ਪਾਪਾਂ ਤੋਂ ਮੁਕਤ ਹੋ ਜਾਏ। ਸਾਡੇ ਕੋਲ ਸਿਰਫ ਇੱਕੋ ਹੀ ਥਾਂ ਹੈ, ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਗੁਰਬਾਣੀ ਦਾ ਇਸ਼ਨਾਨ ਹੀ ਸਾਡੇ ਪਾਪਾਂ ਤੋਂ ਸਾਨੂੰ ਮੁਕਤੀ ਦਿਵਾਉਂਦਾ ਹੈ ਤੇ ਸਾਨੂੰ ਪਵਿੱਤਰ ਜੀਵਨ ਦਿੰਦਾ ਹੈ। ਗੁਰੂ ਤੋਂ ਵੱਡਾ ਹੋਰ ਕੋਈ ਤੀਰਥ ਨਹੀਂ। ਇਹ ਫੈਸਲਾ ਵੀ ਗੁਰੂ ਰਾਮਦਾਸ ਜੀ ਦਾ ਆਪਣਾ ਹੀ ਕੀਤਾ ਹੋਇਆ। ਤੁਸੀਂ ਦੁਬਾਰਾ ਦੇਖਿਓ, ਤੀਰਥ ਪੂਰਾ ਸਤਿਗੁਰੂ ਜੋ ਅਨ ਦਿਨ ਹਰ ਹਰ ਨਾਮ ਧਿਆਏ ਜੀ। पौड़ी एक कंद मूल चुन खाए वन खंडवासा। एक पगवा वेश कर फिरे जोगी सन्यासा। अंदर तृष्णा बहुत छादन भोजन की आशा। बिठा जन्म गवाए ना गिरही ना उदासा। जमकाल सिरों ना उतरै त्रिविध मनसा। गुरमति काल नावै नेड़ै जा होवै दासन दासा। सच्चा शब्द सच मन कर ही माए उदासा। नानक सतगुर सेवन अपना से आसा पे निरासा। श्लोक महला पहला। जे रत लगे कपड़ा जामा होए पलीत। जो रत पीवे मानसा तिन क्यों निर्मल चीत। नानक नाम खुदाए का दिन हच्छै मुख देव। अवल विराजे दुनी के झूठे अमल करे। महला पहला। ਸਤਿਗੁਰੂ ਜੀ ਨੇ ਇਸਲਾਮ ਦੇ ਸਿਲਸਿਲੇ ਦੇ ਅੰਦਰ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਤੇ ਸਤਿਗੁਰੂ ਨੇ ਸ਼ਾਇਦ ਸੰਬੋਧਨ ਵੀ ਕਿਸੇ ਇਸਲਾਮ ਦੇ ਵਿਅਕਤੀ ਨੂੰ ਹੀ ਇਹ ਕੀਤਾ ਕਿ ਭਲਿਓ ਲੋਕੋ, ਜੇ ਕੱਪੜੇ ਦੇ ਉੱਤੇ, ਜਾਮੇ ਦੇ ਉੱਤੇ ਰੱਤ ਦਾ ਕੋਈ ਇੱਕ ਕਤਰਾ ਲੱਗ ਜਾਏ, ਖੂਨ ਦਾ ਕੋਈ ਇੱਕ ਤੁਪਕਾ ਤੁਹਾਡੇ ਕੱਪੜਿਆਂ ਨੂੰ ਲੱਗ ਜਾਏ ਤੇ ਤੁਸੀਂ ਉਹ ਕੱਪੜਾ ਉਤਾਰ ਦਿੰਦੇ ਹੋ, ਗੰਦਾ ਕੱਪੜਾ ਤੁਸੀਂ ਪਾਉਂਦੇ ਨਹੀਂ।
ਤੇ ਖਾਸ ਕਰਕੇ ਜੇ ਧਰਮ ਸਥਾਨ ਤੇ ਜਾਣਾ ਹੋਵੇ ਤੇ ਧਰਮ ਸਥਾਨ ਤੇ ਜਾਣ ਲੱਗਿਆਂ ਜਾਂ ਕਿਸੇ ਇਕੱਠ ਵਿੱਚ ਜਾਣ ਲੱਗਿਆਂ ਤੁਸੀਂ ਗੰਦੇ ਕੱਪੜੇ ਦੀ ਵਰਤੋਂ ਨਹੀਂ ਕਰਦੇ, ਸਾਫ਼ ਸੁਥਰਾ ਹੋ ਕੇ ਜਾਣਾ ਚਾਹੁੰਦੇ ਹੋ। ਜੇ ਧਰਮ ਸਥਾਨ ਤੇ ਜਾਣ ਲੱਗਿਆਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ, ਕਿਸੇ ਇਕੱਠ ਵਿੱਚ ਜਾਣ ਲੱਗਿਆਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਤੇ ਬਾਬਾ ਜੀ ਨੇ ਕਿਹਾ ਜੋ ਰਤ ਪੀਵੇਂ ਮਾਨਸਾਂ, ਜਿਹੜੇ ਬੰਦਿਆਂ ਦਾ ਲੋਕਾਂ ਦਾ ਖੂਨ ਪੀਂਦੇ ਆ, ਕੱਪੜੇ ਤੇ ਬਦਲ ਲੈ, ਕੱਪੜੇ ਤੇ ਉਤਾਰ ਦਿੱਤੇ, ਮੈਲੇ ਕੱਪੜੇ ਲਾ ਕੇ ਸਾਫ਼ ਕੱਪੜੇ ਪਾ ਲੈ, ਸੁਥਰੇ ਕੱਪੜੇ ਪਾ ਲੈ। ਪਰ ਜੇ ਚਿੱਤ ਖੂਨ ਪੀਣ ਵਾਲਾ ਆ, ਦੂਜਿਆਂ ਦਾ ਖੂਨ ਨਿਚੋੜਨ ਵਾਲਾ ਆ, ਦੂਜਿਆਂ ਨਾਲ ਠੱਗੀਆਂ ਬੇਈਮਾਨੀਆਂ ਮਾਰਨ ਵਾਲੀ ਇਹ ਆਦਤ ਹੈ, ਤੇ ਫਿਰ ਮਹਾਰਾਜ ਨੇ ਕਹਿ ਦਿੱਤਾ ਤਿੰਨ ਕਿਉਂ ਨਿਰਮਲ ਚੀਤ, ਫਿਰ ਚਿੱਤ ਕਿਵੇਂ ਨਿਰਮਲ ਹੋਏਗਾ? ਕੱਪੜੇ ਤਾਂ ਸਾਫ਼ ਪਾ ਲੈ, ਰੱਤ ਵਾਲੇ ਕੱਪੜੇ ਲਾ ਦਿੱਤੇ, ਪਰ ਜੇ ਚਿੱਤ ਖੂਨ ਪੀਣਾ ਆ ਤਾਂ ਫਿਰ ਨਿਰਮਲ ਕਿੱਦਾਂ ਹੋਏਗਾ? ਹੁਣ ਕਿ ਕੱਪੜੇ ਬਦਲਣ ਨਾਲ ਬੰਦਾ ਰੱਬ ਦੇ ਦਰ ਤੇ ਪ੍ਰਵਾਨ ਹੋ ਜਾਏਗਾ? ਕੱਪੜੇ ਸ਼ਾਇਦ ਹੋ ਸਕਦਾ ਹੈ, ਕਿਉਂਕਿ ਸਾਡਾ ਵੈਸੇ ਸਿੱਖੀ ਦਾ ਸਿਧਾਂਤ ਕਿਰਤ ਕਰੋ ਵੀ ਆ, ਕੱਪੜੇ ਹੋ ਸਕਦਾ ਮੈਲੇ ਚੱਲ ਜਾਣ, ਹੋ ਸਕਦਾ ਪ੍ਰਵਾਨ ਹੋ ਜਾਣ। ਕੰਮ ਕਰਦਾ ਬੰਦਾ ਛੇਤੀ ਛੇਤੀ ਆ ਗਿਆ, ਪਾਠ ਸੁਣਾ ਜਾ ਕੇ, ਕੋਈ ਗੱਲ ਨਹੀਂ। ਹੋ ਸਕਦਾ ਉਹਨੇ ਇਸ਼ਨਾਨ ਵੀ ਨਾ ਕੀਤਾ ਹੋਵੇ, ਕਾਲੀ ਵਿੱਚ ਆ ਜਾਏ, ਹੋ ਸਕਦਾ ਇਦਾਂ ਪ੍ਰਵਾਨ ਹੋ ਜਾਏ। ਮਿੱਟੀ ਘੱਟੇ ਦਾ ਲਿਬੜਿਆ ਆ ਜਾਏ, ਕੋਈ ਗੱਲ ਨਹੀਂ, ਹੋ ਸਕਦਾ ਪ੍ਰਵਾਨ ਹੋ ਜਾਏ। ਪਰ ਜੇ ਚਿੱਤ ਨਿਰਮਲ ਨਹੀਂ, ਚਿੱਤ ਮੈਲਾ ਆ, ਤਾਂ ਪ੍ਰਵਾਨ ਨਹੀਂ ਹੋਏਗਾ, ਫਿਰ ਪ੍ਰਵਾਨ ਨਹੀਂ ਹੋਏਗਾ। ਔਰ ਸਤਿਗੁਰੂ ਜੀ ਦਾ ਸਪਸ਼ਟ ਫੈਸਲਾ ਹੈ। ਨਾਲ ਤੁਸੀਂ ਅਗਲੀਆਂ ਦੋ ਹੋਰ ਲਾਈਨਾਂ ਦਾ ਪਾਠ ਗੌਰ ਨਾਲ ਵੇਖਿਓ, ਸਤਿਗੁਰੂ ਜੀ ਨੇ ਕੀ ਕਿਹਾ ਉੱਥੇ ਜੀ। ਮਹਿਲਾ ਪਹਿਲਾ ਨਾਨਕ ਨਾਉ ਖੁਦਾ, ਨਾਨਕ ਝੂਠੇ ਨਾਨਕ ਨਾਉ ਖੁਦਾਏ, ਨਾਉ ਖੁਦਾਏ ਕਾ ਦਿਲ ਹੱਚੇ ਮੁਗਲੇ, ਅਵਰ ਵਿਵਾਜੇ ਦੁਨੀ ਕੇ ਝੂਠੇ ਅਮਲ ਕਰੇ। ਮਹਿਲਾ ਪਹਿਲਾ हे नानक नाउ खुदाए का दिल हच्छै मुख लेहो। हच्छे दिल नाल हच्छे मुख नाल खुदा दा नाम लो। जानी जिथे मूंह ठीक होवे उत्थे सतगुरु ने नाल दूजी शर्त रखी, दिल हच्छै, दिल भी हच्छा होना चाहिए, दिल भी साफ होना चाहिए। हाँ जी। मਹਿਲਾ ਪਹਿਲਾ ਜਾਹੂ ਨਾਹੀ ਤਾਂ ਕਿਆ ਆਖਾਂ, ਕਿਉ ਨਾਹੀ ਕਿਆ ਹੁਆ, केह नाही, ਕਹਿ ਨਾਹੀ ਕਿਆ ਹੁਆ। ਕੀਤਾ ਕਰਨਾ ਕਹਿਆ ਕਥਨਾ, ਭਰਿਆ ਪਰ ਧੋਵਾ। ਆਪ ਨ ਬੁਝਾ ਲੋਕ ਬੁਝਾਈ, ਐਸਾ ਆਗੂ ਹੁਆ। ਨਾਨਕ अंधा होय कै दसे राहै, सब सुहाए साथै। हाँ जी बिल्कुल ठीक है। असी सावधानी नाल पाठ करिए। पाठ आ रहा है, नानक अंधा होए कै दसे राह है। ते जे असी विश्राम नहीं दिंदे, नानक शब्द आ रहा है, संबोधन नहीं करते, तो तुसी देखो पाठ की बन जाएगा, ਜਿਹੜਾ ਕਿ ਸਾਨੂੰ ਕਦੇ ਵੀ ਕਬੂਲ ਨਹੀਂ ਹੋਏਗਾ। ਨਾਨਕ ਅੰਧਾ ਹੋਏ ਕੈ ਨਹੀਂ ਹੋਏਗਾ। ਨਾਨਕ ਜੀ ਆਖਦੇ ਹਨ, हे ਨਾਨਕ ਅੰਧਾ ਹੋਏ ਕੈ ਦੱਸੇ ਰਾਹ ਹੈ। हे ਨਾਨਕ ਜੇ ਅੰਨਾ ਹੋ ਕੇ ਆਪ ਅੰਨਾ ਹੋਵੇ ਤੇ ਰਾਹ ਦੱਸੇ ਦੂਜਿਆਂ ਨੂੰ, ਸਭ ਸਮੁਹਾਏ ਸਾਥ ਹੈ, ਸਾਰੇ ਸਾਥ ਨੂੰ ਪਿੱਛੇ ਲੱਗਣ ਵਾਲਿਆਂ ਨੂੰ ਲੁਟਾ ਦੇਗਾ, ਤਬਾਹ ਕਰਾ ਦੇਗਾ ਜੀ। अज्ञे गया मोहे मुँह पाए, सो ऐसा आगू जाता। पौड़ी महारुक्ति सब तुम, कड़ी मूरत विचारा। हाँ जी मूरत ठीक है। तुम गणते किने न पायो, सच्चे अलख अपारा। पढ़िया
मूर्ख आखिए जिस लब लोभ अहंकारा। ਪੜ੍ਹਨਾ ਮਾੜੀ ਗੱਲ ਨਹੀਂ, ਪੜ੍ਹਾਈ ਚੰਗੀ ਗੱਲ ਹੈ, ਵਧੀਆ ਗੱਲ ਹੈ, ਲੇਕਿਨ ਪੜ੍ਹਾਈ ਦਾ ਮਕਸਦ ਕੀ ਹੈ, ਸਾਡਾ ਨਿਸ਼ਾਨਾ ਕੀ ਹੈ, ਪੜ੍ਹਾਈ ਨਾਲ ਅਸੀਂ ਕੀ ਕਰਨਾ ਚਾਹੁੰਦੇ ਹਾਂ, ਸਾਨੂੰ ਇਹ ਵੀ ਸੈੱਟ ਕਰਨ ਦੀ ਲੋੜ ਹੈ। ਜੇ ਪੜ੍ਹਾਈ ਸਿਰਫ ਸਿਰ ਦਾ ਬੋਝ ਭਾਰ ਚੁੱਕਣ ਲਈ, ਹੰਕਾਰ ਵਧਾਉਣ ਲਈ ਜਾਂ ਦੂਜਿਆਂ ਨੂੰ ਲੁੱਟਣ ਲਈ, ਕਾਬੂ ਕਰਨ ਲਈ, ਜੇ ਅਸੀਂ ਇਦਾਂ ਦੀਆਂ ਅਲਾਮਤਾਂ ਲੈ ਕੇ ਪੜ੍ਹਾਈ ਕਰ ਰਹੇ ਹਾਂ ਤਾਂ ਫਿਰ ਸਤਿਗੁਰੂ ਦਾ ਵਾਕ ਜ਼ਰੂਰ ਚੇਤੇ ਰੱਖ ਲੈਣਾ। ਜੇ ਅਸੀਂ, ਕਿਉਂਕਿ ਸਤਿਗੁਰੂ ਜੀ ਦਾ ਇੱਕ ਵਾਕ ਆਮ ਸਾਡੇ ਪੂਰੇ ਪੰਜਾਬ 'ਚ ਸਕੂਲਾਂ ਦੀਆਂ ਕੰਧਾਂ ਤੇ ਵੀ ਲਿਖਿਆ ਹੋਇਆ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਵਿਦਿਆ ਦਾ ਵਿਚਾਰਵਾਨ ਤਾਂ ਹੈ ਜੇ ਜੀਵਨ 'ਚ ਪਰਉਪਕਾਰ ਦੀ ਬਿਰਤੀ ਵੀ ਹੈ। ਜੇ ਪਰਉਪਕਾਰ ਨਹੀਂ, ਭਲੇ ਵਾਲੀ ਬਾਤ ਨਹੀਂ, ਤਾਂ ਫਿਰ ਵਿਦਿਆ ਦਾ ਵਿਚਾਰਵਾਨ ਨਹੀਂ ਮੰਨਿਆ ਜਾ ਸਕਦਾ। ਫਿਰ ਵਿਦਿਆ ਦਾ ਵਿਚਾਰਵਾਨ ਨਹੀਂ ਮੰਨਿਆ ਜਾ ਸਕਦਾ। ਫਿਰ ਇੱਥੇ ਹੀ ਗੱਲ ਆਏਗੀ, ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਲਾਲਚ ਵੀ ਹੈ, ਹੰਕਾਰ ਵੀ ਹੈ। ਤਾਂ ਇਦਾਂ ਦੀ ਪੜ੍ਹਾਈ ਸਤਿਗੁਰੂ ਨੂੰ ਕਬੂਲ ਨਹੀਂ। ਕਬੀਰ ਮੈਂ ਜਾਣਿਓ ਪੜ੍ਹਬੋ ਭਲੋ। ਮੈਂ ਜਾਣ ਲਿਆ, ਪੜ੍ਹਨਾ ਚੰਗੀ ਗੱਲ ਹੈ, ਪੜ੍ਹਬੋ ਭਲੋ, ਚੰਗਾ ਆ, ਪੜ੍ਹਨਾ ਚੰਗਾ ਆ। ਕਿਉਂ? ਪੜ੍ਹਬੇ ਸਿਉ ਭਲ ਜੋਗ। ਭਲ ਜੋਗ, ਜੋਗ ਦਾ ਅਰਥ ਹੈ ਮਿਲਾਪ, ਭਲ ਦਾ ਅਰਥ ਹੈ ਭਲਾ। ਪੜ੍ਹਨ ਨਾਲ ਭਲਾ ਜੋਗ ਬਣਦਾ ਆ, ਭਲੇ ਸੰਬੰਧ ਬਣਦੇ ਆ। ਪੜ੍ਹਾਈ ਦੀ ਬਹੁਤ ਮਹੱਤਤਾ ਹੈ, ਪੜ੍ਹਾਈ ਦੇ ਬਹੁਤ ਫਾਇਦੇ ਨੇ। ਪੜ੍ਹਾਈ ਨਾਲ ਹੀ ਸਾਰਾ ਕੁਝ ਇਸ ਵੇਲੇ ਜਿਹੜਾ ਤੁਸੀਂ ਦੇਖੋ, ਜਿੰਨਾ ਸਿਲਸਿਲਾ ਸਾਰਾ ਪੜ੍ਹਾਈ ਦੇ ਸਿਰ ਤੇ ਚੱਲ ਰਿਹਾ। ਕਬੀਰ ਮੈਂ ਜਾਣਿਓ ਪੜ੍ਹਬੋ ਭਲੋ, ਪੜ੍ਹਬੇ ਸਿਉ ਭਲ ਜੋਗ। ਪੜ੍ਹਨ ਨਾਲ ਹੀ ਭਲਾ ਜੋਗ ਬਣਦਾ ਹੈ, ਪੜ੍ਹਨ ਨਾਲ ਹੀ ਭਲੇ ਮਿਲਾਪ ਸੰਬੰਧ ਬਣਦੇ ਆ। ਭਗਤ ਨਾ ਛਾਡੋ ਰਾਮ ਕੀ ਭਾਵੇਂ ਨਿੰਦੋ ਲੋਗ। ਜੋ ਜਗਤ ਪਿਆ ਕਰਦਾ ਕਰੇ, ਮੈਂ ਅਕਾਲ ਪੁਰਖ ਜੀ ਦਾ ਪੱਲਾ ਨਹੀਂ ਛੱਡਣ ਵਾਲਾ। ਤੋ ਪੜ੍ਹਾਈ ਦੀ ਮਨਾਹੀ ਨਹੀਂ, ਪੜ੍ਹਾਈ ਨੂੰ ਸਤਿਗੁਰੂ ਨੇ ਬਹੁਤ ਮਹੱਤਤਾ ਦਿੱਤੀ ਹੈ। ਪਰ ਨਾਲ ਦੂਜਾ ਪਾਸਾ ਵੀ ਸਤਿਗੁਰੂ ਨੇ ਅਗਾਹ ਕੀਤਾ, ਪੜ੍ਹਾਈ ਜਿਹੜੀ ਤੁਸੀਂ ਕਰ ਰਹੇ ਹੋ ਉਹਦਾ ਮਨੋਰਥ ਨਿਸ਼ਾਨਾ ਕੀ ਹੈ, ਤੁਸੀਂ ਕੀ ਕਰਨਾ ਚਾਹੁੰਦੇ ਹੋ, ਇਹਨੂੰ ਜ਼ਰੂਰ ਨਾਲ ਧਿਆਨ 'ਚ ਰੱਖਿਓ। ਲੋਕਾਂ ਨੂੰ ਲੁੱਟਣ ਲਈ, ਮੂਰਖ ਬਣਾਉਣ ਲਈ, ਤਬਾਹ ਕਰਨ ਲਈ, ਗੁੰਮਰਾਹ ਕਰਨ ਲਈ, ਜਾਂ ਉਹਦੇ ਨਾਲ ਕੋਈ ਸਹੀ ਰਸਤਾ ਦੇਣ ਲਈ, ਇਹ ਜ਼ਰੂਰ ਚੇਤਾ ਰੱਖਣਾ ਜੀ। ਨਾ ਪੜੀਐ ਨਾ ਬੁਝੀਐ ਗੁਰਮਤਿ ਵਿਚਾਰਾ। ਗੁਰਮਤਿ ਨਾਮ ਤਨ ਖਟਿਆ ਭਗਤੀ ਪਰੇ ਭੰਡਾਰਾ। ਨਿਰਮਲ ਨਾਮ ਮੰਨਿਆ ਦਰ ਸੱਚਾ ਸਚਿਆਰਾ। ਜਿਸ ਦਾ ਜਿਉ ਪ੍ਰਾਣ ਹੈ ਅੰਤਰ ਜੋਤ ਅਪਾਰਾ। ਸੱਚਾ ਸ਼ਾਹ ਇੱਕ ਤੂੰ ਹੋਰ ਜਗਤ ਵਣਜਾਰਾ। ਸ਼ਲੋਕ ਮਹਿਲਾ ਪਹਿਲਾ। ਮਿਹਰ ਮਸੀਤ ਸਦਕ ਮੁਸੱਲਾ ਹੱਕ ਹਲਾਲ ਕੁਰਾਨ। ਹਾਂਜੀ, ਬਿਲਕੁਲ ਪਾਠ ਇਸੇ ਤਰ੍ਹਾਂ ਹੀ ਸਾਨੂੰ ਧਿਆਨ 'ਚ ਰੱਖਣਾ ਪਏਗਾ। ਮਿਹਰ ਮਸੀਤ ਸਿਦਕ ਮੁਸੱਲਾ। ਸੱਸੇ ਨੂੰ ਅਸੀਂ ਵਜਨ ਦੇ ਕੇ ਅਧਿਕ ਸਹਿਤ ਪੜ ਸਕਦੇ ਹਾਂ। ਸਿਦਕ ਮੁਸੱਲਾ ਹੱਕ ਹਲਾਲ ਕੁਰਾਨ। ਹਾਂਜੀ, ਸ਼ਰਮ ਸੁਨਤ ਸੀਲ ਰੋਜ਼ਾ ਹੋ ਮੁਸਲਮਾਨ। ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ਼। ਤਸਬੀਹ ਸਾਥ ਤਿਸ ਭਾਵਸੀ ਨਾਨਕ ਰੱਖੈ ਲਾਜ। ਮਹਿਲਾ ਪਹਿਲਾ। ਹੱਥ ਪਰਾਇਆ ਨਾਨਕਾ ਉਸ ਸਵਰ ਉਸ ਗਾਏ। ਗੁਰ ਪੀਰ ਹਾਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ। ਗਲੀ ਪਿਸਤ ਨਾ ਜਾਈਐ
छुटै सच कमाए, मारण पाए हराम में, होए हलाल न जाए। नानक गली कूड़ी, कूड़ो पल्लै पाए। ਮਾਰਨ ਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤਾ ਹੈ ਮਸਾਲੇ। ਮਾਰਨ ਪਾਹੇ ਹਰਾਮ ਮੈਂ, ਹਰਾਮ ਵਿੱਚ ਮਸਾਲੇ ਪਾ ਦਿਓ, ਹੋਏ ਹਲਾਲ ਨਾ ਜਾਏ, ਉਹਨੇ ਹਲਾਲ ਨਹੀਂ ਹੋ ਜਾਣਾ। ਬੇਈਮਾਨੀ ਦਾ, ਠੱਗੀਆਂ ਠੋਰੀਆਂ ਦਾ, ਝੂਠ ਮਾਰ ਕੇ, ਲੁੱਟ ਕੇ, ਕਿਸੇ ਨੂੰ ਗੁੰਮਰਾਹ ਕਰਕੇ ਜੋ ਕੁਝ ਵੀ ਇਕੱਠਾ ਕੀਤਾ ਆ, ਜੇ ਉਹਦੇ ਚੋਂ ਥੋੜਾ ਬਹੁਤਾ ਅਸੀਂ ਨਾਲ ਨਾਲ ਪੁੰਨਦਾਨ ਵੀ ਕਰਦੇ ਆ ਤਾਂ ਉਹ ਹਲਾਲ ਨਹੀਂ ਹੋਏਗਾ, ਉਹਨੂੰ ਹਲਾਲ ਨਹੀਂ ਆਖਿਆ ਜਾਏਗਾ। ਸਤਿਗੁਰੂ ਨੇ ਕਹਿ ਦਿੱਤਾ ਮਾਰਨ ਪਾਹੇ ਹਰਾਮ ਮੈਂ, ਜੇ ਹਰਾਮ ਦੇ ਮਾਲ ਵਿੱਚ ਮਸਾਲੇ ਵੀ ਪਾਓਗੇ ਤਾਂ ਹਲਾਲ ਨਹੀਂ ਬਣ ਜਾਣਾ, ਉਸਨੇ ਹਲਾਲ ਨਹੀਂ ਹੋਏਗਾ। ਹਰਾਮ ਨੇ ਹਰਾਮ ਹੀ ਰਹਿਣਾ ਹੈ, ਜਿੰਨਾ ਮਰਜ਼ੀ ਤੁਸੀਂ ਉਹਦੇ ਚ ਮਸਾਲੇ ਪਾ ਲਓ, ਹਰਾਮ ਨੇ ਹਲਾਲ ਕਿਸੇ ਹਾਲਤ ਵਿੱਚ ਵੀ ਨਹੀਂ ਹੋਣਾ ਜੀ। ਮਹਿਲਾ ਪਹਿਲਾ ਪੰਜ ਨਿਵਾਜ਼ਾਂ, ਵਕਤ ਪੰਜ, ਪੰਜਾ ਪੰਜੇ ਨਾਮ। ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ। ਇਹ ਪੰਜ ਨਮਾਜ਼ਾਂ ਇਸਲਾਮ ਦੀਆਂ, ਉਹ ਪੰਜ ਟਾਈਮ ਦੇਣ ਵੇਲੇ ਨਮਾਜ਼ਾਂ ਪੜ੍ਹਦੇ ਆ। ਸਤਿਗੁਰੂ ਨੇ ਗੁਰਮਤ ਦੇ ਦਾਇਰੇ 'ਚ ਆਪਣਾ ਵਿਚਾਰ ਵੀ ਦਿੱਤਾ ਕਿ ਨਮਾਜ਼ਾਂ ਕੇਵਲ ਜ਼ੁਬਾਨ ਤੱਕ ਸਿਰਫ ਸਰੀਰਕ ਹਰਕਤ ਨਾਲ ਪੜ੍ਹ ਕੇ, ਊਠਕ ਬੈਠਕ ਕਰਕੇ ਤੁਸੀਂ ਇੰਨਾ ਮੰਨ ਲਓ ਕਿ ਅਸੀਂ ਨਮਾਜ਼ਾਂ ਪੜ੍ਹ ਦਿੱਤੀਆਂ, ਇੰਨਾ ਹੀ ਨਹੀਂ, ਇਸ ਤੋਂ ਅੱਗੇ ਆਹ ਗੁਣ, ਆਹ ਕਰਨੀ, ਇਹ ਕਿਰਦਾਰ ਵੀ ਸਾਨੂੰ ਅਪਣਾਉਣਾ ਪਏਗਾ, ਇਹ ਹੋਣਾ ਚਾਹੀਦਾ। ਗੌਰ ਨਾਲ ਦੇਖਿਓ, ਇਹ ਸਾਡੇ ਲਈ ਵੀ ਬੜਾ ਜ਼ਰੂਰੀ ਆ ਔਰ ਇਹ ਇਸਲਾਮ ਵਾਲੇ ਵੀਰਾਂ ਦੇ ਪ੍ਰਤੀ ਸਤਿਗੁਰੂ ਨੇ ਇੱਥੇ ਸ਼ਲੋਕ ਰੱਖਿਆ, ਲੇਕਿਨ ਇਹ ਸਾਡੇ ਲਈ ਵੀ ਉਨਾ ਹੀ ਜ਼ਰੂਰੀ ਆ। ਪੰਜ ਨਿਵਾਜ਼ਾਂ, ਵਕਤ ਪੰਜ, ਪੰਜਾਂ ਪੰਜੇ ਨਾਉ। ਅੱਗੇ ਕਹਿੰਦੇ ਪਹਿਲਾ ਸੱਚ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਅਰਥ ਕਰਦਿਆਂ ਗੌਰ ਕਰਿਓ ਜੇ, ਮੁਸਲਮਾਨਾਂ ਦੀਆਂ ਪੰਜ ਨਮਾਜ਼ਾਂ ਹਨ, ਉਹਨਾਂ ਦੇ ਪੰਜ ਵਕਤ ਹਨ ਤੇ ਪੰਜਾਂ ਹੀ ਨਮਾਜ਼ਾਂ ਦੇ ਵੱਖੋ ਵੱਖ ਪੰਜ ਨਾਮ। ਪਰ ਸਾਡੇ ਮਤ ਵਿੱਚ ਅਸਲ ਨਮਾਜ਼ਾਂ ਇਉਂ ਹਨ। ਸਤਿਗੁਰੂ ਕਹਿੰਦੇ ਸਾਡੇ ਮਤ ਵਿੱਚ ਅਸਲ ਪੰਜ ਨਮਾਜ਼ਾਂ ਇਉਂ ਹਨ। ਸੱਚ ਬੋਲਣਾ ਨਮਾਜ਼ ਦਾ ਪਹਿਲਾ ਨਾਂ ਹੈ, ਭਾਵ ਸਵੇਰ ਦੀ ਪਹਿਲੀ ਨਮਾਜ਼ ਹੈ। ਹੱਕ ਦੀ ਕਮਾਈ ਦੂਜੀ ਨਮਾਜ਼ ਹੈ, ਹੱਕ ਦੀ ਕਮਾਈ ਦੂਜੀ ਨਮਾਜ਼ ਹੈ। ਰੱਬ ਤੋਂ ਸਭ ਦਾ ਭਲਾ ਮੰਗਣਾ ਨਮਾਜ਼ ਦਾ ਤੀਜਾ ਨਾਂ ਹੈ। ਰੱਬ ਤੋਂ ਸਭ ਦਾ ਭਲਾ ਮੰਗਣਾ ਨਮਾਜ਼ ਦਾ ਤੀਜਾ ਨਾਮ ਹੈ। ਨੀਅਤ ਨੂੰ ਸਾਫ਼ ਕਰਨਾ, ਮਨ ਨੂੰ ਸਾਫ਼ ਰੱਖਣਾ, ਇਹ ਚੌਥੀ ਨਮਾਜ਼ ਹੈ। ਤੇ ਪ੍ਰਮਾਤਮਾ ਦੀ ਸਿਫਤ ਸਲਾਹ ਤੇ ਵਡਿਆਈ ਕਰਨੀ, ਇਹ ਪੰਜਵੀਂ ਨਮਾਜ਼ ਹੈ। ਠੀਕ ਹੈ ਜੀ, ਇਹਨੂੰ ਦੁਬਾਰਾ ਵੀ ਤੁਸੀਂ ਦੇਖ ਲਿਓ। ਜਦੋਂ ਸ਼ੁਰੂਆਤ ਹੋਈ ਆ, ਸ਼ੁਰੂਆਤ ਤੋਂ ਸੱਚ ਬੋਲਣਾ, ਹੱਕ ਹਲਾਲ ਦੀ ਕਮਾਈ, ਸਰਬੱਤ ਦਾ ਭਲਾ। ਠੀਕ ਹੈ ਜੀ, ਤੀਜੀ ਨਮਾਜ਼ ਸਰਬੱਤ ਦਾ ਭਲਾ, ਮਨ ਨੂੰ, ਨੀਅਤ ਨੂੰ ਸਾਫ਼ ਰੱਖਣਾ, ਤੇ ਪੰਜਵੇਂ ਨੰਬਰ ਤੇ ਆ ਕੇ ਕਹਿੰਦੇ ਰੱਬ ਦੀ ਵਡਿਆਈ ਕਰਨੀ ਹੈ ਪੰਜਵੀਂ ਨਮਾਜ਼। ਯਾਨੀ ਕਿ ਅਕਾਲ ਪੁਰਖ ਜੀ ਦੀ ਵਡਿਆਈ ਤਾਂ ਹੀ ਕੀਤੀ ਪ੍ਰਵਾਨ ਆ, ਤਾਂ ਹੀ ਸਫਲ ਆ, ਤਾਂ ਹੀ ਵਧੀਆ ਆ ਜੇ ਅਸੀਂ ਆਹ ਚੀਜ਼ਾਂ ਨਾਲ ਨਾਲ ਆਪਣੇ ਚ ਲੈ ਆਈਏ। ਤਾਂ ਵੈਸੇ ਅਸੀਂ ਰੋਜ਼ ਅਰਦਾਸ ਵਿੱਚ ਜਿਹੜੇ ਵੀ ਗੁਰਦੁਆਰੇ ਮਰਜੀ ਜਾਈਏ, ਚਾਹੇ ਸਾਡੇ ਘਰ ਦੁੱਖ ਦਾ, ਸੁੱਖ ਦਾ ਕੋਈ ਵੀ ਸਮਾਗਮ ਹੋਵੇ, ਜਦੋਂ ਵੀ ਕਦੀ ਗੁਰੂ ਸਾਹਿਬ ਦੇ ਚਰਨਾਂ 'ਚ ਸਵੇਰੇ ਸ਼ਾਮ ਆਪਾਂ ਬੈਠਦੇ ਹਾਂ ਤਾਂ ਅਰਦਾਸ ਤੋਂ ਬਾਅਦ ਅਸੀਂ ਇਹ ਵਾਕ ਤਾਂ ਦੁਹਰਾਉਣੇ ਹੀ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤਾਂ ਇਹਦੇ 'ਚ ਕੋਈ ਵੀ ਸ਼ੱਕ ਨਹੀਂ। ਅਸੀਂ ਕਿਹਾ ਵੀ, ਤੇ ਜਦੋਂ ਆ ਪਿਛਲੇ ਲਾਕਡਾਊਨ ਲੱਗੇ ਆ 2 ਵਾਰੀ,
ਤਾਂ ਜਿਹੜੀ ਹਾਲਤ ਹੋਈ, ਜਿੱਦਾਂ ਹਾਹਾਕਾਰ ਮੱਚੀ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ, ਦੋ ਰਾਵਾਂ ਨਹੀਂ, ਜਿੱਥੇ ਸਰਕਾਰਾਂ ਵੀ ਅੰਦਰ ਵੜ ਗਈਆਂ ਉਥੇ ਗੁਰਦੁਆਰਿਆਂ 'ਚ ਇਹ ਪੜਨ ਵਾਲਿਆਂ ਨੇ ਅੱਗੇ ਵੱਧ ਕੇ ਜਾਨ ਦੀ ਪਰਵਾਹ ਕੀਤੇ ਬਿਨਾ ਲੋਕਾਂ ਨੂੰ ਲੰਗਰ ਵੀ ਦਿੱਤਾ, ਔਰ ਜੇ ਆਕਸੀਜਨ ਦਾ ਰੌਲਾ ਪਿਆ ਤਾਂ ਉੱਥੇ ਵੀ ਫਿਰ ਸੜਕਾਂ ਤੇ ਉਹ ਨਿਕਲ ਆਏ। ਨਹੀਂ ਤਾਂ ਹਰ ਪਾਸੇ ਹਾਹਾਕਾਰ ਤੇ ਤਰਾਹ ਸੀ, ਔਰ ਬਹੁਤ ਵੱਡੇ ਪੱਧਰ ਦੇ ਉੱਤੇ ਸਾਡਿਆਂ ਲੋਕਾਂ ਨੇ ਅੱਗੇ ਵੱਧ ਕੇ, ਜਿੱਥੇ ਸਰਕਾਰਾਂ ਬਿਲਕੁਲ ਹੀ ਅੰਦਰ ਵੜ ਗਈਆਂ, ਚੁੱਪ ਕਰ ਗਈਆਂ, ਖਾਮੋਸ਼ ਹੋ ਗਈਆਂ, ਉੱਥੇ ਸਾਡਿਆਂ ਲੋਕਾਂ ਨੇ ਅੱਗੇ ਵੱਧ ਕੇ ਇਹ ਕੰਮ ਕੀਤਾ। ਔਰ ਇੱਥੇ ਇਕੱਲਾ ਭਾਰਤ ਵਿੱਚ ਹੀ ਨਹੀਂ, ਵਿਦੇਸ਼ਾਂ ਦੇ ਵਿੱਚ ਵੀ ਸਾਡਿਆਂ ਲੋਕਾਂ ਨੇ ਇਹ ਰੱਖ ਵਿਖਾਈ। ਔਰ ਤੁਸੀਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਹੋਣਗੀਆਂ ਜਿੱਥੇ ਸਾਡੇ ਤਾਂ ਇੱਥੇ ਹਰੇਕ ਨੂੰ ਆਪਣਾ ਆਪਣਾ ਹੰਕਾਰ ਹੈ, ਸਾਡੇ ਤਾਂ ਇੱਥੇ ਕਿਸੇ ਨੇ ਨਾਂ ਵੀ ਨਹੀਂ ਲਿਆ। ਸਾਡਾ ਤਾਂ ਪ੍ਰਧਾਨ ਮੰਤਰੀ ਵੀ ਇਦਾਂ ਦਾ ਮਨ ਕੀ ਬਾਤ ਹੀ ਕਰਦਾ, ਬਾਕੀ ਉਹਨੂੰ ਪਤਾ ਹੀ ਕੱਖ ਨਹੀਂ। ਉੱਥੇ ਸਰਕਾਰਾਂ ਨੇ, ਤੁਸੀਂ ਦੇਖਿਆ ਹੋਵੇਗਾ, ਉਹਨਾਂ ਨੇ ਬਾਹਰ ਨਿਕਲ ਕੇ, ਉਹਨਾਂ ਨੇ ਗੱਡੀਆਂ ਦੇ ਸਾਇਰਨ ਵਜਾ ਕੇ, ਗੁਰਦੁਆਰੇ ਦੇ ਵਿੱਚ ਦੀ ਗੇੜਾ ਦੇ ਕੇ ਉਹਨਾਂ ਲੋਕਾਂ ਦਾ ਧੰਨਵਾਦ ਵੀ ਕੀਤਾ, ਉਹਨਾਂ ਦਾ ਹੌਸਲਾ ਵੀ ਵਧਾਇਆ। ਔਰ ਸਾਡੇ ਇੱਥੇ ਕਿਸੇ ਦੇ ਕੰਨ ਤੇ ਜੂੰ ਨਹੀਂ ਸਰਕਦੀ, ਜਿੰਨਾ ਕੰਮ ਇੱਥੇ ਸਾਡੇ ਲੋਕਾਂ ਨੇ ਕੀਤਾ ਉਹ ਘੱਟ ਨਹੀਂ ਸੀਗਾ, ਤਾਂ ਬੜਾ ਕੰਮ ਕੀਤਾ। ਤਾਂ ਇਹਦੇ 'ਚ ਕੋਈ ਸ਼ੱਕ ਨਹੀਂ, ਜੇ ਅਸੀਂ ਸਰਬੱਤ ਦਾ ਭਲਾ ਕਹਿੰਦੇ ਆ ਤਾਂ ਉਹਨੂੰ ਜੀਵਨ 'ਚ ਕਮਾਉਣਾ ਵੀ ਸਾਡੇ ਵਾਸਤੇ ਬੜਾ ਜ਼ਰੂਰੀ ਆ। ਔਰ ਇਹ ਗੁਣ ਜਿਹੜੇ ਸਤਿਗੁਰੂ ਨੇ ਦੱਸੇ, 5 ਨਮਾਜ਼ਾਂ ਸਤਿਗੁਰੂ ਨੇ ਕਿਹਾ ਸਾਡੀਆਂ ਇਦਾਂ ਆ, ਅਸੀਂ ਇਦਾਂ ਨਮਾਜ਼ਾਂ ਪੜ੍ਹਦੇ ਆ, ਤਾਂ ਇਹ ਗੁਣ ਹਰੇਕ ਦੇ ਜੀਵਨ 'ਚ, ਜਿੱਥੇ ਇਸਲਾਮ ਲਈ ਜ਼ਰੂਰੀ ਆ ਉੱਥੇ ਸਾਡੇ ਲਈ ਵੀ ਬੜੇ ਜ਼ਰੂਰੀ ਆ ਜੀ। ਕਰਨੀ ਕਲਮਾ ਆਖ ਕੈ ਤਾਂ ਮੁਸਲਮਾਨ ਸਦਾਏ, ਨਾਨਕ ਜੇਤੇ ਕੁੜਿਆਰ ਕੂੜੇ ਕੂੜੀ ਪਾਏ। ਪੌੜੀ ਇੱਕ ਰਤਨ ਪਦਾਰਥ ਵਣਜਦੇ, ਇੱਕ ਕੱਚਾ ਦੇਵਾ ਪਾਰਾ, ਸਤਿਗੁਰ ਟੁੱਟੈ ਪਾਇਨ ਪਾਈਨ, ਅੰਦਰ ਰਤਨ ਭੰਡਾਰਾ, ਬਿਨ ਗੁਰ ਕਿਨੇ ਨ ਲੱਥਿਆ, ਅੰਦੇ ਭੋਗ ਮੁਏ ਕੁੜਿਆਰਾ, ਮਨ ਮੁਖ ਦੂਜੈ ਪਛ ਮੁਏ, ਨਾ ਬੂਝੇ ਵਿਚਾਰਾ, ਇੱਕ ਬਾਝੋਂ ਦੂਜਾ ਕੋ ਨਹੀਂ, ਕਿਸ ਅੱਗੇ ਕਰੈ ਪੁਕਾਰਾ, ਇੱਕ ਨਿਰਧਨ ਸਦਾ ਭੌਂਕਦੇ, ਇੱਕ ਨਾ ਪਰੇ ਗੁਜ਼ਾਰਾ, ਬਿਨ ਨਾਮੈ ਹੋਰ ਧਨ ਨਾਹੀ, ਹੋਰ ਵਿਖਿਆ ਸਭ ਛਾਰਾ, ਨਾਨਕ ਆਪ ਕਰਾਏ ਕਰੇ ਆਪ, ਹੁਕਮ ਸਵਾਰਨ ਹਾਰਾ। ਸ਼ਲੋਕ ਮਹਿਲਾ ਪਹਿਲਾ। ਮੁਸਲਮਾਨ ਕਹਾਵੈ ਮੁਸ਼ਕਲ, ਮੁਸਲਮਾਨ ਕਹਾਵਣ ਮੁਸ਼ਕਲ, ਜਾਂ ਹੋਏ ਤਾਂ ਮੁਸਲਮਾਨ ਕਹਾਵੈ, ਅਵਲ ਔਲ ਦੀਨ ਕਰ ਮਿੱਠਾ। ਅਵਲ ਰੁਕੀਏ, ਠਹਿਰਾ 'ਚ ਪਾਠ ਰੱਖੀਏ। ਅਵਲ ਪਹਿਲਾ, ਅਵਲ ਔਲ ਦੀਨ ਕਰ ਮਿੱਠਾ। ਮੁਸਲਮਾਨਾ ਮਾਲ ਮੁਸਾਵੈ, ਹੋਏ ਮੁਸਲਿਮ ਦੀਨ ਮੁਹਾਣਾ, ਮਰਨ ਜੀਵਨ ਕਾ ਪਰਮ ਝੁਕਾਵੈ, ਰੱਬ ਕੀ ਰਜ਼ਾਏ ਮੰਨੇ ਸਿਰ ਉੱਪਰ, ਕਰਤਾ ਮਨ ਰੱਬ ਕੀ ਰਜ਼ਾਏ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੈ, ਤਾਂ ਨਾਨਕ ਸਰਬ ਜੀਆਂ ਮੈਂ ਰਹਿਮਤ ਹੋਏ, ਤਾਂ ਮੁਸਲਮਾਨ ਕਹਾਵੈ। ਹਾਂਜੀ, ਜੇ ਇਹ ਸ਼ਲੋਕ, ਕਿਉਂਕਿ ਸ਼ਬਦ ਵਿਚਕਾਰ ਮੁਸਲਮਾਨ ਵਰਤਿਆ, ਤੇ ਜੇ ਅਸੀਂ ਸਮਝਣ ਲਈ ਇੱਥੇ ਆਪਣੇ ਆਪ ਨੂੰ ਸ਼ਾਮਲ ਕਰ ਲਈਏ ਕਿ ਸਿੱਖ, ਤਾਂ ਫਿਰ ਇਹ ਬਰਾਬਰ ਸਾਡੇ ਤੇ ਵੀ ਉਨਾ ਹੀ ਆਏਗਾ ਨਾ। ਮੁਸਲਮਾਨ ਕਹਾਵਣ ਮੁਸ਼ਕਲ, ਜਾਂ ਹੋਏ ਤਾਂ ਮੁਸਲਮਾਨ ਕਹਾਵੈ। ਔਰ ਇੱਕ ਛੋਟੀ ਜੀ ਗੱਲ, ਅੱਜ ਇੱਥੇ ਮਲੇਰਕੋਟਲੇ ਤੋਂ
ਇੱਕ ਮੁਸਲਮਾਨ ਉਹਨਾਂ ਦਾ ਵਿਦਵਾਨ ਇੱਥੇ ਆਇਆ ਸੀ ਸਾਡੇ ਕੋਲ। ਤਾਂ ਇੱਥੇ ਗੁਰਦੁਆਰਾ ਸਾਹਿਬ ਵਿੱਚ ਹੀ ਉਹ ਗੱਲਬਾਤ ਵਿਦਿਆਰਥੀਆਂ ਨਾਲ ਕਰ ਰਿਹਾ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਉਹ ਮੁਸਲਮਾਨ ਆ, ਇਸਲਾਮ ਧਰਮ ਨਾਲ ਸੰਬੰਧ ਰੱਖਣ ਵਾਲਾ, ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਪੂਰੇ ਹਵਾਲੇ ਉਹ ਦੇ ਰਿਹਾ ਸੀ। ਉਹ ਕਹਿ ਰਿਹਾ ਸੀ ਕਿ ਇਸਲਾਮ 'ਚ ਇਹ ਗੱਲ ਕੁਰਾਨ 'ਚ ਇਦਾਂ ਲਿਖੀ ਹੋਈ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਤੇ ਇੰਨੇ ਤੇ ਗੁਰੂ ਸਾਹਿਬ ਨੇ ਇਦਾਂ ਆ ਕਿਹਾ ਹੋਇਆ। ਔਰ ਬਹੁਤ ਸਾਰੇ ਸਿੱਖ ਵਿਦਵਾਨਾਂ ਦੀਆਂ ਕਿਤਾਬਾਂ ਦੇ ਹਵਾਲੇ ਪੰਨਿਆਂ ਸਮੇਤ ਵੀ ਉਹ ਬੋਲ ਰਿਹਾ ਸੀ। ਤੇ ਮੈਂ ਸੋਚ ਰਿਹਾ ਸਾਂ ਕਿ ਇੱਕ ਇਸਲਾਮ ਵਾਲਾ ਸਾਡੇ ਧਰਮ ਬਾਰੇ ਉੱਥੇ ਬੈਠਾ ਕਿੰਨੀ ਸਟੱਡੀ ਕਰਦਾ, ਕਿੰਨਾ ਕੁਝ ਉਹ ਜਾਣਦਾ, ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ, ਕਿੱਥੇ ਕਿਵੇਂ ਲਿਖਿਆ, ਉਹ ਪੰਨਿਆਂ ਸਮੇਤ ਬੋਲ ਰਿਹਾ। ਤਾਂ ਸਾਨੂੰ ਇਸਲਾਮ ਦੀ ਤੇ ਛੱਡੋ, ਵੀ ਸਾਨੂੰ ਆਪਣੇ ਆਪ ਵੀ ਆਪਣੇ ਧਰਮ ਦੀ ਜਾਂ ਆਪਣੇ ਆਪ ਸਾਡੀ ਇਸ ਮਰਜ਼ਾਦਾ ਦੀ, ਸਾਡੀ ਕੌਮ ਦੀ, ਸਾਨੂੰ ਇਹਦੇ ਬਾਰੇ ਕਈ ਵਾਰ ਬਿਲਕੁਲ ਹੀ ਜਾਣਕਾਰੀ ਨਹੀਂ ਹੁੰਦੀ। ਅਸੀਂ ਵਿਸਲੇ ਹੋ ਜਾਂਦੇ ਹਾਂ। ਤਾਂ ਉਹ ਬੋਲ ਰਿਹਾ ਸੀ, ਮੈਂ ਸੋਚ ਰਿਹਾ ਸਾਂ ਕਿ ਉਹ ਕਿੱਥੇ ਖੜੇ ਨੇ, ਭਾਵੇਂ ਉਹ ਕਿਸੇ ਵੀ ਪੱਖ ਤੋਂ ਸਟੱਡੀ ਕਰਦਾ ਹੋਵੇ, ਕਿਵੇਂ ਵੀ ਕਰਦਾ ਹੋਵੇ, ਉਹਦੀ ਸੋਚ ਕੀ ਆ। ਪਰ ਦੂਜੇ ਪਾਸੇ ਅਸੀਂ ਵੀ ਦੇਖੀਏ ਕਿ ਅਸੀਂ ਕੀ ਕਰਦੇ ਹਾਂ। ਅਸੀਂ ਆਪਣਾ ਵੀ ਨਹੀਂ ਪੜ੍ਹਦੇ, ਅਸੀਂ ਦੂਜਾ ਤਾਂ ਕੀ ਪੜ੍ਹਨਾ। ਔਰ ਜਦੋਂ ਆ ਗੱਲਾਂ ਵੀਰ ਜੀ ਹੋਰੀ ਉੱਥੇ ਰਾਣਾ ਜੀ ਜਾ ਕੇ ਆਏ ਸੀ ਮਲੇਰਕੋਟਲੇ, ਉਦੋਂ ਉਹਨਾਂ ਕੋਲ, ਤਾਂ ਉਹ ਬਾਅਦ ਵਿੱਚ ਵੀ ਸਾਡੇ ਕੋਲ ਬੈਠਾ ਰਿਹਾ। ਉਹ ਗੁਰੂ ਸਾਹਿਬ ਜੀ ਦੀ ਵਿਚਾਰ ਤੋਂ ਪ੍ਰਭਾਵਿਤ ਸੀ ਕਿ ਗੁਰੂ ਸਾਹਿਬਾਨ ਨੇ ਕਿੰਨਾ ਕੰਮ ਕੀਤਾ। ਔਰ ਉਹਦੇ 'ਚੋਂ ਇਹ ਵੀ ਗੱਲ ਕਹਿੰਦਾ ਸੀ ਕਿ ਠੀਕ ਆ, ਸਾਡੇ ਕੁਝ ਲੋਕਾਂ ਵੱਲੋਂ ਕੁਝ ਗੱਲਾਂ ਐਸੀਆਂ ਵੀ ਹੋਈਆਂ ਜਿਹਦੇ ਕਰਕੇ ਕੁੜੱਤਣ ਵਧੀ ਰਹੀ, ਲੇਕਿਨ ਉਹ ਇਹ ਵੀ ਕਹਿੰਦਾ ਸੀ ਕਿ ਸਾਡੇ ਧਰਮ ਦੇ ਉਹ ਲੋਕ ਵੀ ਬਹੁਤ ਸਾਰੇ ਅੱਗੇ ਆਏ ਜਿਨ੍ਹਾਂ ਨੇ ਗੁਰੂ ਸਾਹਿਬ ਲਈ ਜਾਨਾਂ ਨਿਸ਼ਾਵਰ ਕੀਤੀਆਂ, ਆਪਣਾ ਮੋਢੇ ਨਾਲ ਮੋਢਾ ਜੋੜ ਕੇ ਉਹ ਗੁਰੂ ਸਾਹਿਬ ਦੇ ਕਦਮ ਨਾਲ ਕਦਮ ਮਿਲਾ ਕੇ ਚੱਲਦੇ ਰਹੇ। ਤਾਂ ਇਸ ਗੱਲ ਤੇ ਵੀ ਮਾਣ ਕਰਦਾ ਸੀ। ਔਰ ਬਹੁਤ ਸਾਰੀਆਂ ਜਾਣਕਾਰੀਆਂ ਉਹ ਸਾਂਝੀਆਂ ਕਰ ਰਿਹਾ ਸੀ। ਤਾਂ ਸਾਨੂੰ ਜਿੱਥੇ ਆਪਣੇ ਧਰਮ 'ਚ, ਜੇ ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਵੀ ਅਸੀਂ ਪੜ੍ਹ ਲਈਏ ਨਾ ਧਿਆਨ ਨਾਲ, ਤਾਂ ਬਹੁਤ ਸਾਰੀ ਜਾਣਕਾਰੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਬਾਕੀ ਧਰਮਾਂ ਬਾਰੇ ਵੀ ਮਿਲ ਜਾਂਦੀ ਆ। ਪਰ ਸ਼ਰਤ ਇਹ ਹੈ ਕਿ ਅਸੀਂ ਪੜ੍ਹੀਏ, ਸਮਝੀਏ, ਬਹੁਤ ਕੁਝ ਮਿਲ ਜਾਂਦਾ ਜੀ। महला चौथा पर हर काम क्रोध झूठ निंदा तज माया अहंकार छुपावे तज काम आमनी मुँह तजै ता अंजन माहे निरंजन पावे तज मान अभिमान प्रीत सुखदारा तज प्यास आस राम लिव लावै नानक साचा मन विसै साच शब्द हर नाम सुनावै पौड़ी राजे रैयत सिकदा कोई न रसियो। हाँ जी, पाठ ਇਹਦੇ ਚ ਆ ਰਿਹਾ ਰਾਜੇ ਰਈਅਤ, उच्चारण ठीक है, इदा ही रखा जाएगा रईयत जी। हट पटन बाजार हुक्मी टैसियो पक्के बंक द्वार मूर्ख जाना है अपने दरब परे पंडार रीते इक खणी ताजी रथ तुखार हाथी पाखरे बाग लग कर बार इथा से अपने तंबू पलंग निवार सराचे लायती नानक सच दातार सनाखत कुदरती। सलोक महला पहला नदियां हुए तीन
जियो सगली धरती शक्कर होवे खुशी करे नित जियो पर्वत सोई ना रूपा होवे हीरे लाल जड़ाओ पी तू है सालाहना आखण रह न जाओ मैला पैला पार 18 मेवा होवे गरुड़ा हुए स्वाओ चांद सूरज दोए फिरदे रखिया न चल होवे पी तू है सालाहना आखण रह न जाओ मैला पैला जे देह दुख लाइया पाप करा दोयरा रत पीने राजे सिर ऊपर रखिया इवें जापै पाओ पी तू है सालाना आखण लह न जाओ मैला पैला अग्गी पाला कपड़ होवे खाना होवे वाओ सुरगै दियां मोहनियां स्त्रियां होन नानक सबो जाओ पी तू है सालाहना आखण यह न जाओ पवड़ी पद पैली कह बाना कसम न जानी सो कहिया देवाना आप न पछाणी कल्या बुरी संसार बाते खपिया बिना बेकार पर में बचिया रागों में एक जाने सोए सिज सोई सिज सी ऊपर को कुपराना पैदज सी ਇਹਦਾ ਥੋੜਾ ਵਿਸ਼ਰਾਮ ਦਾ ਧਿਆਨ ਰੱਖੀਏ ਜੀ ਰਾਹ ਦੋਵੇਂ ਇੱਕ ਜਾਣੈ ਸੋਈ ਸਿਜ ਸੀ ਕੁਫਰ ਗੋ ਕੁਫਰਾਣੇ ਪਿਆ ਦਜ ਸੀ ਕੁਫਰਾਣੇ ਪਿਆ ਦਜ ਸੀ ਕੁਫਰ ਗੋ ਕੁਫਰਾਣੇ ਪਿਆ ਦਜ ਸੀ ਜੀ सब दुनिया सुबहान सच समाइया सिचा दर दीवान आप गवाइया मैला पहला सलोक सोच हिया जिस मन वस्या सोए नानक अमर न जीवे कोए जे जीवे कट कटी जाए सब हराम जेता किच खाए राज रंग माल रंग रंग रता नचा नंग नानक ठगया मुठा जाए बिड़ना वे पत गया गवाए मैला प्याला क्या खादा क्या पैदा हुए जा मन नानी सच्चा सोए क्या मेवा क्या क्यों गुड़ मिठा क्या मैदा क्या मांस क्या कपड़ क्या सेज सफाई की जह भोग विलास क्या लश्कर क्या नीव खवासी आवे मैली वास नानक सच्चे नाम बिन सबे ढोल विनाश पवड़ी जाति दे क्या हाथ सच परखिया मोरा होवे हाथ मरिया चखिया सच्चे की सिरकार जुग जुग जानिया हुक्म में सिरदार दर्दी पानिया कुर्बानी है कार कसम पठाया तबलबाज विचार शब्द सुनाया एक होए असवार एक ना साखती
के पार कितना ताकती। श्लोक पहला पहला। ਇਸ ਜਿਹੜੀ ਪੌੜੀ ਅਸੀਂ 10 ਨੰਬਰ ਹੁਣੇ ਪੜ੍ਹ ਰਹੇ ਸਾਂ, ਇਹਦੇ 'ਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਖੀਰ ਤੇ ਪਾਠ ਵੱਲ ਧਿਆਨ ਦਿਓ। ਤਬਲਬਾਜ਼ ਵਿਚਾਰ, ਤਬਲਬਾਜ਼ ਵਿਚਾਰ ਸ਼ਬਦ ਸੁਣਾਇਆ, ਇੱਕ ਹੋਏ ਅਸਵਾਰ, ਇੱਕ ਨਾ ਸਾਖਤੀ, ਇੱਕ ਨਹੀਂ ਬੱਧੇ ਭਾਰ, ਇੱਕ ਨਾ ਤਾਕਤੀ। ਤੋ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਅਰਥ ਕਰਦਿਆਂ ਲਿਖਿਆ, ਤਬਲਬਾਜ਼ ਨਗਾਰਚੀ ਗੁਰੂ ਨੇ, ਨਗਾਰਾ ਵਜਾਉਣ ਵਾਲੇ ਗੁਰੂ ਨੇ, ਨਗਾਰਾ ਵਜਾ ਕੇ ਨਗਾਰਚੀ ਗੁਰੂ ਨੇ ਸ਼ਬਦ ਦੀ ਰਾਹੀਂ ਇਹ ਗੱਲ ਸੁਣਾਈ ਹੈ। ਨਗਾਰਚੀ ਗੁਰੂ ਨੇ ਸ਼ਬਦ ਦੀ ਰਾਹੀਂ ਇਹ ਗੱਲ ਸੁਣਾਈ ਹੈ, ਭਾਵ ਗੁਰੂ ਨੇ ਸ਼ਬਦ ਦੀ ਰਾਹੀਂ ਇਸ ਗੱਲ ਦਾ ਢੰਡੋਰਾ ਦੇ ਦਿੱਤਾ ਹੈ। ਇਹ ਢੰਡੋਰਾ ਸੁਣ ਕੇ ਕਈ ਗੁਰਮੁਖ ਤਾਂ ਅਸਵਾਰ ਹੋ ਗਏ, ਕਈ ਗੁਰਮੁਖ ਤਾਂ ਅਸਵਾਰ ਹੋ ਗਏ, ਭਾਵ ਇਸ ਰਾਹ ਤੇ ਤੁਰ ਪਏ। ਕਈ ਬੰਦੇ ਤਿਆਰ ਹੋ ਪਏ ਹਨ, ਕਈਆਂ ਨੇ ਅਸਬਾਬ ਲੱਦ ਲਏ ਹਨ ਤੇ ਕਈ ਛੇਤੀ ਦੌੜ ਪਏ ਹਨ। ਗੁਰੂ ਨੇ ਸ਼ਬਦ ਸੁਣਾਇਆ, ਕਈਆਂ ਨੇ ਅਸਵਾਰੀ ਕਰ ਲਈ, ਕਈਆਂ ਨੇ ਮਾਲ ਬੰਨ ਲਿਆ ਵੀ ਆਪਾਂ ਵੀ ਤਿਆਰ ਆ। ਸਤਿਗੁਰੂ ਕਹਿੰਦੇ ਸਭ ਆਪੋ ਆਪਣੇ ਥਾਂ ਤੇ ਪੂਰੀ ਤਿਆਰੀ ਨਾਲ, ਜਿਨ੍ਹਾਂ ਨੇ ਸੁਣ ਲਿਆ ਗੁਰੂ ਦਾ ਉਹ ਵੱਜਦਾ ਹੋਇਆ ਨਗਾਰਾ, ਜਿਹੜਾ ਗੁਰੂ ਨੇ ਸ਼ਬਦ ਰਾਹੀਂ ਦਿੱਤਾ ਹੋਇਆ ਹੋਕਾ, ਜਿਨ੍ਹਾਂ ਨੇ ਸੁਣ ਲਿਆ ਉਹਨਾਂ ਨੇ ਤਿਆਰੀ ਬੰਨ ਲਈ, ਉਹ ਰੁਕਦੇ ਨਹੀਂ ਹੁਣ ਜੀ। श्लोक पहला पहला। जा पक्का तं कटिया रही सो पलरवार, साड़ की सारा चित्या तड़ लिया तन चाड़। दोई पुड़ चक्की जोड़ के पीसड़ाए बडिठ, जो करे सो परे नानक अजब डिठ। ਸਤਿਗੁਰੂ ਜੀ ਨੇ ਪਹਿਲਾਂ ਫਸਲ ਦੀ ਉਦਾਹਰਣ ਦਿੱਤੀ। ਫਸਲ ਕੱਟੀ ਗਈ, ਫਸਲ ਚੋਂ ਦਾਣੇ ਕੱਢ ਲਏ ਗਏ। ਜਦੋਂ ਫਸਲ ਕੱਟੀ, ਦਾਣੇ ਕੱਢੇ, ਜਿਹੜਾ ਫੋਕ ਸੀ ਉਹ ਇੱਕ ਪਾਸੇ, ਪੱਲਰ ਇੱਕ ਪਾਸੇ ਕਰ ਦਿੱਤਾ ਗਿਆ। ਉਹਨਾਂ ਦਾਣਿਆਂ ਨੂੰ ਚੱਕੀ ਦੇ ਦੋ ਪੁੜ ਜੋੜ ਕੇ, ਹੇਠਲਾ ਤੇ ਉੱਪਰਲਾ ਦੋ ਪੁੜ ਜੋੜ ਕੇ ਪੀਣ ਵਾਸਤੇ ਬਹਿ ਗਏ। ਚੱਕੀ ਦੇ ਵਿੱਚ ਦਾਣੇ ਪਾਉਂਦੇ ਗਏ। ਬਜ਼ੁਰਗਾਂ ਨੂੰ ਯਾਦ ਹੋਏਗਾ ਪੁਰਾਣੀਆਂ ਹੱਥ ਵਾਲੀਆਂ ਚੱਕੀਆਂ, ਅੱਜ ਕੱਲ ਮਸ਼ੀਨੀ ਯੁੱਗ ਹੈ। ਦਾਣੇ ਪਾਉਂਦੇ ਗਏ, ਜਿਹੜੇ ਜਿਹੜੇ ਦਾਣੇ ਜਿਵੇਂ ਜਿਵੇਂ ਉੱਪਰੋਂ ਪੈਂਦੇ ਗਏ ਚੱਕੀ ਦੇ ਪੁੜ ਵਿੱਚ, ਚੱਕੀ ਦੇ ਪੁੜਾਂ ਦੇ ਹੇਠ ਆਉਂਦਿਆਂ ਹੀ ਉਹਨਾਂ ਚੱਕੀ ਦੇ ਪੁੜਾਂ ਨੇ ਦਾਣਿਆਂ ਨੂੰ ਦਲ ਦਿੱਤਾ, ਆਟਾ ਬਣਾ ਦਿੱਤਾ, ਪੀਹ ਦਿੱਤਾ। ਪਰ ਕੁਝ ਦਾਣੇ ਉਹ ਆ ਜਿਹੜੇ ਉਸ ਚੱਕੀ ਦੀ ਕਿੱਲੀ ਦੇ ਨਾਲ, ਜਿਹਦੇ ਆਲੇ ਦੁਆਲੇ ਉਹ ਪੁੜ ਚੱਲਦਾ ਆ, ਜਿਹਦੇ ਆਲੇ ਦੁਆਲੇ ਉਹ ਦੋਵੇਂ ਪੱਥਰ, ਇੱਕ ਵੱਜਾ ਹੋਇਆ ਦੂਜਾ ਘੁੰਮ ਰਿਹਾ, ਜਿਹੜਾ ਉਹਦਾ ਧੁਰਾ ਆ, ਜਿਹੜਾ ਉਹਦਾ ਐਕਸਲ ਆ ਵਿਚਕਾਰ, ਜਿਹੜੇ ਦਾਣੇ ਉਹਦੇ ਘੇਰੇ ਘੇਰੇ ਲੱਗੇ ਰਹੇ ਉਹ ਸੁਰੱਖਿਅਤ ਰਹੇ, ਉਹਨਾਂ ਨੂੰ ਚੱਕੀ ਨੇ ਕੁਝ ਨਹੀਂ ਕਿਹਾ। ਉਹ ਚੱਕੀ ਦੇ ਪੁੜਾਂ ਦੇ ਹੇਠ ਆਉਣ ਤੋਂ ਬਚ ਗਏ, ਟੁੱਟਣ ਤੋਂ ਬਚ ਗਏ, ਪੀਸਣ ਤੋਂ ਬਚ ਗਏ। ਔਰ ਇਸ ਸ਼ਲੋਕ ਦਾ ਸਤਿਗੁਰੂ ਨੇ ਜਿਹੜਾ ਸਾਡੇ ਸਾਹਮਣੇ ਪੱਖ ਰੱਖਿਆ, ਜੋ ਦਰ ਰਹੇ ਸੋ ਉਭਰੇ। ਚੱਕੀ ਦੀ ਉਦਾਹਰਣ, ਫਸਲ ਦੀ ਉਦਾਹਰਣ ਦੇ ਕੇ ਅਖੀਰ ਤੇ ਨਿਬੇੜਾ ਇੱਥੇ ਕੀਤਾ, ਜਿਹੜੇ ਦਰ ਤੇ ਰਹਿੰਦੇ ਆ ਉਹ ਬਚ ਜਾਂਦੇ ਆ, ਉਹਨਾਂ ਨੂੰ ਕੁਝ ਨਹੀਂ ਹੁੰਦਾ। ਔਰ ਜਿਹੜੇ ਦਰ ਛੱਡ ਜਾਂਦੇ ਆ, ਧੁਰੇ ਨੂੰ, ਕਿੱਲੀ ਨੂੰ ਛੱਡ ਜਾਂਦੇ ਆ, ਉਹ ਪੁੜਾਂ ਦੇ ਹੇਠ ਪੀਸੇ ਜਾਂਦੇ ਆ, ਉਹ ਦਲੇ ਜਾਂਦੇ, ਉਹ ਟੁਕੜੇ ਹੋ ਜਾਂਦੇ ਆ। ਤਾਂ ਅਸੀਂ ਇਹ ਹਮੇਸ਼ਾ ਗੰਢ ਦੇ ਕੇ ਰੱਖੀਏ, ਸਾਡਾ ਧੁਰਾ ਵੀ ਜੀਵਨ ਦਾ ਗੁਰੂ ਹੈ।
ਔਰ ਜਿੰਨਾ ਕੁ ਅਸੀਂ ਗੁਰੂ ਨਾਲੋਂ ਢਿੱਲ ਵਰਤਦੇ ਆ, ਜਿੰਨੀ ਕੁ ਵਿੱਥ ਪਾਉਨੇ ਆ, ਓਨੀ ਕੁ ਖਰੋਚ ਸਾਨੂੰ ਰੋਜ਼ ਦੀ ਰੋਜ਼ ਲੱਗਦੀ ਆ, ਉਹਨਾਂ ਕੁ ਸੇਕ ਲੱਗ ਰਿਹਾ। ਜੇ ਅਸੀਂ ਧੁਰੇ ਨਾਲ, ਗੁਰੂ ਨਾਲ, ਮੁੱਢ ਨਾਲ ਜੁੜ ਜਾਈਏ ਤਾਂ ਜਿੰਨੇ ਮਰਜ਼ੀ ਜ਼ੋਰ ਨਾਲ ਚੱਕੀ ਚੱਲੇ, ਕੁਛ ਨਹੀਂ ਵਿਗਾੜ ਸਕਦੀ। ਇਤਿਹਾਸ ਵੱਲ ਵੇਖੋਗੇ, ਜ਼ੁਲਮ ਦੀ ਚੱਕੀ ਨੇ ਬੜਾ ਜ਼ੋਰ ਲਾਇਆ, ਭਾਵੇਂ ਉਹ ਜ਼ਕਰੀਆ ਖਾਨ ਦੇ ਹੱਥ ਵਿੱਚ ਸੀ, ਚਾਹੇ ਉਹ ਯਹੀਆ ਖਾਨ ਦੇ ਹੱਥ ਵਿੱਚ ਸੀ, ਭਾਵੇਂ ਉਹ ਅਬਦਾਲੀ ਚਲਾ ਰਿਹਾ ਸੀ। ਜ਼ੁਲਮ ਦੀ ਚੱਕੀ ਨੂੰ ਜਿੰਨਾ ਵੀ ਜ਼ੋਰ ਨਾਲ ਚਲਾਇਆ ਗਿਆ, ਪਰ ਸਿੱਖਾਂ ਦੇ ਅੰਦਰ ਦਾ ਸਿਦਕ, ਸਿੱਖਾਂ ਦੇ ਅੰਦਰ ਦਾ ਜਜ਼ਬਾ ਤੇ ਗੁਰੂ ਦਾ ਪਿਆਰ, ਉਹਨੂੰ ਤੋੜਿਆ ਨਹੀਂ ਜਾ ਸਕਿਆ। ਉਹ ਆਪਣੇ ਸਿਦਕ ਤੇ, ਆਪਣੇ ਭਰੋਸੇ ਤੇ ਪੂਰੀ ਤਰ੍ਹਾਂ ਆਖਰੀ ਦਮ ਤੱਕ ਕਾਇਮ ਰਹੇ। ਬਥੇਰਾ ਜ਼ੋਰ ਲਾਇਆ ਇਹਨਾਂ ਨੂੰ ਮਲ ਦਿੱਤਾ ਜਾਏ, ਤਬਾਹ ਕਰ ਦੇ, ਨਹੀਂ ਮਲੇ ਗਏ। ਉਹ ਅੱਜ ਵੀ ਜਿਉਂਦੇ ਆ, ਅੱਜ ਵੀ ਉਸੇ ਤਰ੍ਹਾਂ ਹੀ ਆ, ਅੱਜ ਵੀ ਉਹ ਸਾਡੇ ਵਿੱਚ ਖਲੋਤੇ, ਸਾਡੇ ਇਤਿਹਾਸ ਦੇ ਪੰਨਿਆਂ ਰਾਹੀਂ ਸਾਨੂੰ ਅੱਜ ਵੀ ਸੁਨੇਹਾ ਦੇ ਰਹੇ, ਸਾਡੀ ਬਾਹ ਫੜ ਰਹੇ ਆ, ਸਾਨੂੰ ਹੌਸਲਾ ਦੇ ਰਹੇ, ਤਕੜੇ ਹੋਵੋ। ਉਹ ਅੱਜ ਵੀ ਨਹੀਂ ਗਏ, ਪਰ ਜਿਨ੍ਹਾਂ ਨੇ ਚੱਕੀ ਚਲਾਈ ਉਹਨਾਂ ਦਾ ਨਾਮੋ ਨਿਸ਼ਾਨ ਵੀ ਨਹੀਂ। ਤੋ ਸਤਿਗੁਰੂ ਜੀ ਦਾ ਇਹ ਸ਼ਲੋਕ ਸਾਨੂੰ ਆਪਣੇ ਮੂਲ ਨਾਲ, ਆਪਣੇ ਧੁਰੇ ਨਾਲ, ਆਪਣੇ ਮੁੱਢ ਨਾਲ ਜੁੜੇ ਰਹਿਣ ਲਈ ਪ੍ਰੇਰਨਾ ਕਰਦਾ ਹੈ। ਅਸੀਂ ਜੁੜੇ ਹੀ ਰਹਿਣਾ ਹੈ ਜੀ। ਮਹਿਲਾ ਪਹਿਲਾ ਵੇਖ ਜੇ ਮਿੱਠਾ ਕਟਿਆ, ਕੱਟ ਕੁੱਟ ਬੱਦਾ ਪਾਏ। ਜੇ ਥੋੜਾ ਅਸੀਂ ਵੇਖ ਤੇ ਰੋਕ ਕੇ ਪਾਠ ਕਰ ਲਈਏ ਨਾ, ਤਾਂ ਗੁਰੂ ਨਾਨਕ ਸਾਹਿਬ ਜੀ ਦਾ ਸ਼ਲੋਕ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਵੇਖ, ਸਾਨੂੰ ਕਹਿ ਰਹੇ ਨੇ, ਵੇਖ ਜੇ ਮਿੱਠਾ ਕਟਿਆ, ਗੰਨਾ ਖੇਤ ਵਿੱਚੋਂ ਕੱਟਿਆ ਗਿਆ, ਮਿੱਠਾ ਹੈ ਨਾ ਉਹ, ਵੇਖ ਜੇ ਮਿੱਠਾ ਕਟਿਆ ਜੀ। ਹੁੰਦਾ ਅੰਦਰ ਰੱਖ ਕੇ ਦਿਲ ਸੁਮਨ ਸਦਾਏ। ਉਹਨੂੰ ਵੇਲਣੇ ਦੀਆਂ ਗਰਾਰੀਆਂ ਦੇ ਵਿੱਚ ਦਿੱਤਾ ਗਿਆ। ਜੇ ਵੱਡੇ ਗੁੜ ਵਾਲੇ ਵੇਲਣੇ ਖੇਤਾਂ 'ਚ ਜਾਂ ਪਿੰਡਾਂ 'ਚ ਜਾ ਕੇ ਨਹੀਂ ਦੇਖੇ ਕਈਆਂ ਨੇ, ਤਾਂ ਤੁਸੀਂ ਜਿੱਥੋਂ ਰੇੜੀ ਤੋਂ ਰਸ ਪੀਨੇ ਹੋ, ਉੱਥੇ ਦੇਖਿਆ ਹੋਣਾ ਛੋਟਾ ਜਿਹਾ ਉਹਨੇ ਕੁਲਾੜੀ ਜਿਹੜੀ ਉੱਤੇ ਇੰਜਣ ਨਾਲ ਲਾਈ ਹੋਈ ਆ, ਤਾਂ ਉਹਦੀਆਂ ਗਰਾਰੀਆਂ ਦੇ ਵਿੱਚ ਉਹ ਜਦੋਂ ਗੰਨਾ ਦਿੰਦਾ, ਤਾਂ ਉਹ ਗੰਨੇ ਦਾ ਉਹ ਗਰਾਰੀਆਂ ਕੀ ਹਾਲ ਕਰਦੀਆਂ। ਵੈਸੇ ਉਹ ਰਸ ਵਾਲੇ ਦੇ ਕੋਲ ਖਲੋਤਿਆਂ ਤੁਸੀਂ ਵੇਖਿਆ ਹੋਣਾ ਵੀ ਇੱਕ ਵਾਰੀ ਉਹਦੇ ਵਿੱਚ ਦੀ ਨਿਕਲ ਗਿਆ, ਫਿਰ ਦੁਬਾਰਾ ਉਹ, ਫਿਰ 3 ਵਾਰੀ 4 ਵਾਰੀ, ਜਿੰਨੀ ਦੇਰ ਤੱਕ ਉਹ ਗੰਨਾ ਮਰ ਨਹੀਂ ਨਾ ਜਾਂਦਾ, ਉਨੀ ਦੇਰ ਤੱਕ ਉਹ ਛੱਡਦਾ ਨਹੀਂ ਉਹਨੂੰ। ਉਹਦੇ ਆਖਰੀ ਤੁਪਕੇ ਤੱਕ ਵੀ ਉਹਨੂੰ ਮਰੋੜ ਕੇ, ਉਹਦੇ ਵੱਟ ਚਾੜ ਕੇ ਉਹਦੇ ਵਿੱਚ ਦੇਈ ਜਾਂਦਾ ਜੀ। ਰਸ ਕਸ ਟਟਰ ਪਾਈਆ, ਉਹਦਾ ਰਸ ਗੰਨੇ ਦਾ ਕੱਢ ਕੇ ਇੱਕ ਵੱਡੇ ਕੜਾਏ ਦੇ ਵਿੱਚ ਪਾਇਆ ਜਾਂਦਾ। ਤਪੈ ਤੈ ਬਿਰਲਾਏ, ਉਹ ਰਸ ਜਿਵੇਂ ਜਿਵੇਂ ਅੱਗ ਦੇ ਉੱਤੇ ਤਪਦਾ ਆ, ਉਹ ਨਾਲ ਜ਼ੋਰ ਦੀ ਆਵਾਜ਼ਾਂ ਛੂ ਦੀਆਂ ਉਸ ਕੜਾਏ ਦੇ ਵਿੱਚੋਂ, ਉਸ ਰਸ ਵਿੱਚੋਂ ਆਉਣੀਆਂ ਸ਼ੁਰੂ ਹੁੰਦੀਆਂ ਨੇ। ਪੀ ਸੋ ਭੋਗ ਸਮਾਲੀਆ, ਦਿੱਚਾ ਅੱਗ ਜਾਲਾਏ। ਉਸ ਗੰਨੇ ਦਾ ਜਿਹੜਾ ਫੋਗ ਨਿਕਲਦਾ ਹੈ, ਜਿਵੇਂ ਉਹ ਵੇਲਣੇ ਦੇ ਵਿੱਚ ਦੀ ਜਿਹੜਾ ਬਾਕੀ ਉਹਦਾ ਫੋਕ ਰਹਿ ਗਿਆ, ਪਿੰਡਾਂ ਵਾਲੇ ਲੋਕ ਉਹਨੂੰ ਵੀ ਸੰਭਾਲ ਲੈਂਦੇ ਆ, ਉਹ ਬਾਲਣ ਦੇ ਕੰਮ ਆ ਜਾਂਦਾ, ਉਹਨੂੰ ਸੁਕਾ ਕੇ ਰੱਖ ਲਿਆ ਜਾਂਦਾ, ਫਿਰ ਜਦੋਂ ਲੋੜ ਪੈਂਦੀ ਉਹਨੂੰ ਵਰਤਿਆ ਜਾਂਦਾ। ਭੀ ਸੋ ਫੋਗ ਸੰਭਾਲੀਏ, ਉਹ ਗੰਨੇ ਨੂੰ ਪਹਿਲਾਂ ਕੱਟਿਆ ਗਿਆ, ਵੱਢਿਆ ਗਿਆ, ਵੇਲਣੇ ਦੇ ਵਿੱਚ ਦੀ ਕੱਢਿਆ ਗਿਆ, ਉਹਦਾ ਰਸ ਕੜਾਏ ਵਿੱਚ ਪਾ ਕੇ ਤਪਾਇਆ ਗਿਆ ਤੇ ਉਹਦੀਆਂ ਚੀਕਾਂ ਕਢਾਈਆਂ, ਜਿਹੜਾ ਉਹਦਾ ਫੋਕ ਬਾਕੀ ਬਚ ਗਿਆ ਉਹ ਵੀ ਸੁਕਾ ਕੇ ਆਖਰ ਉਹ ਵੀ ਅੱਗ ਵਿੱਚ ਮਚਾ ਦਿੱਤਾ ਗਿਆ। ਅਖੀਰ ਤੇ ਸਤਿਗੁਰੂ ਦਾ ਨਿਰਣਾ ਦਿੰਦੇ ਆ ਜੀ। ਨਾਨਕ ਮਿੱਠਾ ਪਤਰੀਆ, ਵੇਖੋ ਲੋਕਾਂ ਆਏ। ਨਾਨਕ ਮਿੱਠੇ ਪਤਰੀਏ, ਵੇਖੋ ਲੋਕਾ ਆਏ। ਹੇ ਜਗਤ, ਆ ਕੇ ਵੇਖ ਮਿੱਠੇ ਦੇ ਕਾਰਨ ਗੰਨੇ ਦਾ ਹਾਲ ਕੀ ਹੋਇਆ, ਮਿੱਠੇ ਦੇ ਕਾਰਨ ਗੰਨੇ ਦਾ ਹਾਲ ਕੀ ਹੋਇਆ। ਨਾਨਕ ਮਿੱਠੇ ਪਤਰੀਏ, ਵੇਖੋ ਲੋਕਾ ਆਏ। ਗੰਨੇ 'ਚ ਮਿਠਾਸ ਸੀ ਨਾ,
ਹਾਲ ਕੀ ਹੋਇਆ ਵੇਖੋ, ਹੇ ਜਗਤ, ਹੇ ਲੋਕ, ਆ ਕੇ ਵੇਖ ਗੰਨੇ ਦਾ ਹਾਲ ਕੀ ਹੋਇਆ। ਸਤਿਗੁਰੂ ਕਹਿੰਦੇ ਆ ਜਿਹੜੀਆਂ ਕਹਾਣੀਆਂ 'ਚ ਤੂੰ ਫਸਿਆ ਹੈ, ਜਿਨ੍ਹਾਂ ਨੂੰ ਤੂੰ ਮਿੱਠੀਆਂ ਮਿੱਠੀਆਂ ਮੰਨ ਰਿਹਾ ਹੈ, ਇਹ ਜਿਹੜੀ ਮਿਠਾਸ ਤੂੰ ਅੰਦਰ ਸੰਭਾਲੀ ਜਾ ਰਿਹਾ ਨਾ, ਮੋਹ ਮਾਇਆ ਜਿਹੜੀ ਮਿਠਾਸ ਤੂੰ ਸੰਭਾਲੀ ਜਾ ਰਿਹਾ, ਜਿਹਨੂੰ ਸਤਿਗੁਰੂ ਕਹਿੰਦੇ ਮਿੱਠਾ ਕਰਕੇ ਖਾਇਆ, ਆ ਜਿਹੜਾ ਮਿੱਠਾ ਕਰ ਕਰਕੇ ਮਿੱਠਾ ਤੂੰ ਅੰਦਰ ਇਕੱਠਾ ਕਰੀ ਜਾ ਰਿਹਾ ਨਾ, ਗੰਨੇ ਨੇ ਵੀ ਮਿੱਠਾ ਥੋੜਾ 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 ਸਹਿਜ ਸਹਿਜ ਇਕੱਠਾ ਕੀਤਾ ਸੀ। ਹਾਲ ਵੇਖ ਲੈ ਕੀ ਹੋਇਆ। ਤਾਈਓ ਸਤਿਗੁਰੂ ਨੇ ਉੱਤੇ ਪਹਿਲਾ ਸ਼ਬਦ ਵਰਤਿਆ ਵੇਖ, ਇੱਧਰ ਧਿਆਨ ਦੇ ਗੰਨੇ ਵੱਲ, ਮਿੱਠਾ ਇਹਨੇ ਵੀ ਇਕੱਠਾ ਕੀਤਾ, ਹਾਲ ਕੀ, ਆਖਰ ਉਹਦਾ ਨਤੀਜਾ ਕੀ ਨਿਕਲਿਆ। ਇਹ ਜਿਹੜਾ ਮਾਇਆ ਦੀਆਂ ਮਿੱਠੀਆਂ ਬਾਤਾਂ, ਸਹਿਜੇ ਸਹਿਜੇ ਮਾਇਆ ਨੂੰ ਮਿੱਠੀ ਮੰਨ ਮੰਨ ਕੇ ਸਹਿਜ ਸਹਿਜ ਤੂੰ ਅੰਦਰ ਇਕੱਠੀ ਕਰੀ ਜਾ ਰਿਹਾ, ਦੇਖ ਲਈ ਹਾਲ ਕੀ ਹੋਣਾ ਹੈ। ਇਹ ਮਿੱਠਾ ਬਹੁਤ ਔਖਾ ਨਿਕਲਦਾ ਹੈ, ਗੰਨੇ ਦਾ ਵੀ ਨਿਕਲਿਆ। ਇੱਥੇ ਸਤਿਗੁਰੂ ਨੇ ਲਿਆਂਦਾ ਇਹਨੂੰ ਜੀ। ਪਵੜੀ ਇਤਨਾ ਮਰਨਾ ਚਿਤ ਆਸ ਕਨੇਰਿਆ, ਮਰ ਮਰ ਜਮੈ ਨਿਤ ਕਿਸੈ ਨ ਕੇਰਿਆ, ਆਪਨ ਰਹਿਮਨ ਚਿਤ ਕਹਿਨ ਚੰਗੇਰਿਆ, ਜਮ ਰਾਜੈ ਨਿਤ ਨਿਤ ਮਨ ਮੁਖ ਹੇਰਿਆ, ਮਨ ਮੁਖ ਲੂਣ ਹਾਰਾ ਕਿਆ ਨ ਜਾਣਿਆ। ਮਨ ਦੇ ਪਿੱਛੇ ਚੱਲਣ ਵਾਲਾ ਮਨਮੁਖ ਲੂਣ ਹਰਾਮੀ ਆ, ਕਿਆ ਨਾ ਜਾਣਿਆ, ਰੱਬ ਦੇ ਕੀਤੇ ਨੂੰ ਜਾਣਦਾ ਹੀ ਨਹੀਂ, ਪੱਲੇ ਹੀ ਨਹੀਂ ਬੰਦਾ। ਬਹੁਤ ਕੁਝ ਕੀਤਾ ਪਰਮੇਸ਼ਰ ਨੇ। ਜਿੱਥੋਂ ਅੱਜ ਪਾਠ ਸ਼ੁਰੂ ਕੀਤਾ ਸੀ, ਬੜੇ ਉਲਾਂਭੇ ਬੜੇ ਗਿਲੇ ਨੇ ਸਾਡੇ, ਆ ਨਹੀਂ ਦਿੱਤਾ, ਇਦਾਂ ਨਹੀਂ ਹੋਇਆ, ਆ ਨਹੀਂ ਹੋਇਆ, ਪਰ ਸਤਿਗੁਰੂ ਨੇ ਉੱਥੇ ਧਿਆਨ ਦਿਵਾਇਆ ਸੀ, ਜੀਓ ਪਾਏ ਤਨ ਸਾਜਿਆ, ਜਿੰਦ ਪਾ ਕੇ ਸਰੀਰ ਸਾਜਿਆ, ਜੀਓ ਪਾਏ ਤਨ ਸਾਜਿਆ, ਰੱਖਿਆ ਬਣਤ ਬਣਾਏ, ਅੱਖੀਂ ਦੇਖੈ ਜਿਹਵਾ ਬੋਲੇ, ਕੰਨੀ ਸੁਰਤ ਸਮਾਏ, ਪੈਰੀਂ ਚੱਲੇ ਹੱਥੀਂ ਕਰਨਾ, ਦਿੱਤਾ ਪਹਿਨੇ ਖਾਏ। ਆ ਸਾਰਾ ਕੁਝ ਰੱਬ ਦਾ ਹੀ ਦਿੱਤਾ ਹੈ ਨਾ। ਜਿਨ ਰਚ ਰਚਿਆ, ਜਿਨੇ ਆ ਰਚਨ ਰਚਿਆ, ਕਿਸੇ ਨਾ ਜਾਣੇ, ਉਹਨੂੰ ਜਾਣਦਾ ਹੀ ਨਹੀਂ, ਉਧਰ ਮੂੰਹ ਹੀ ਨਹੀਂ ਕਰ ਰਿਹਾ। ਅੰਧਾ ਅੰਧ ਕਮਾਏ, ਅੰਨਾ ਆ ਇਸੇ ਕਰਕੇ ਅੰਨੀ ਕਮਾਈ ਕਰ ਰਿਹਾ। ਅਖੀਰ ਤੇ ਫਿਰ ਮਹਾਰਾਜ ਨੇ ਕਹਿਤਾ, ਜਾਂ ਭੱਜੈ ਤਾਂ ਠੀਕਰ ਹੋਵੇ, ਇਹ ਟੁੱਟ ਜਾਣਾ ਤੇ ਠੀਕਰੀਆਂ ਠੀਕਰੀਆਂ ਹੋ ਜਾਣਾ, ਇਹ ਟੁਕੜੇ ਟੁਕੜੇ ਹੋ ਜਾਣਾ, ਘਾੜਤ ਘੜੀ ਨਾ ਜਾਏ। ਫਿਰ ਇਹੋ ਜੀ ਘਾੜਤ ਕਿਸੇ ਕੋਲੋਂ ਘੜੀ ਵੀ ਨਹੀਂ ਜਾਣੀ। ਕੋਈ ਅੰਗ ਪੈਰ ਖਰਾਬ ਹੋ ਜਾਏ, ਡਾਕਟਰ ਇਲਾਜ ਕਰ ਦਿੰਦੇ ਆ, ਪਰ ਗੱਲ ਨਹੀਂ ਬਣਦੀ। ਅੰਗ ਟੁੱਟ ਜਾਏ ਉਹ ਜੋੜ ਦਿੰਦੇ ਆ, ਲੇਕਿਨ ਉਹ ਗੱਲ ਨਹੀਂ ਬਣਦੀ। ਘਾੜਤ ਘੜੀ ਨਾ ਜਾਏ। ਤੋ ਗੁਰੂ ਸਾਹਿਬ ਨੇ ਸਾਡਾ ਧਿਆਨ ਦਿਵਾਇਆ ਕਿ ਬਹੁਤ ਕੁਝ ਪਰਮੇਸ਼ਰ ਨੇ ਦਿੱਤਾ ਹੈ, ਪਰ ਮਨ ਦੇ ਪਿੱਛੇ ਚੱਲਣ ਵਾਲਾ ਲੂਣ ਹਰਾਮੀ ਇਸ ਗੱਲ ਨੂੰ ਜਾਣਦਾ ਨਹੀਂ ਜੀ। ਬੱਦੇ ਕਰਨ ਸਿਆਂ ਖਸਮ ਨਾ ਪਾਣਿਆ, ਖਸਮ ਨਹੀਂ ਪਾਉਂਦਾ, ਖਸਮ ਨਾ ਪਾਣਿਆ, ਖਸਮ ਨਹੀਂ ਪਾਉਂਦਾ। ਤੇ ਅੱਧੀ ਲਾਈਨ ਪਹਿਲਾਂ ਹੈਗੀ ਆ, ਬੋਲਿਓ ਜੀ। ਬੱਦੇ ਕਰਨ ਸਲਾਮ, ਬੱਦੇ ਖਸਮ ਨਾ ਪਾਣਿਆ, ਖਸਮ ਨਹੀਂ ਪਾਉਂਦਾ। ਬੱਦੇ ਮਜਬੂਰੀ ਵਸ ਲੋਕ ਲਾਜ ਤਾਂ ਸਲਾਮ ਕਰਦੇ ਆ, ਬੱਦੇ ਸਲਾਮ ਕਰਦੇ, ਮਜਬੂਰੀ ਚ ਸਲਾਮ ਕਰਦੇ, ਲੋਕ ਲਾਜ ਵਿੱਚ ਸਲਾਮ ਕਰਦੇ, ਵਰਨਾ ਖਸਮ ਨਾ ਪਾਣਿਆ, ਖਸਮ ਨਹੀਂ ਚੰਗਾ, ਖਸਮ ਨਹੀਂ ਪਸੰਦ ਹੈਗਾ। ਬੱਦੇ ਮਜਬੂਰੀ ਚ, ਹਾਂਜੀ। ਸੱਚ ਮਿਲਿਆ ਮੁਖ ਨਾਮ ਸਾਹਿਬ ਪਾਵਸੀ, ਦਰਸ਼ਨ ਤਤ ਸਲਾਮ ਲਿਖਿਆ ਪਾਵਸੀ। ਤੋ ਸਾਡਾ ਮਿਥਿਆ ਹੋਇਆ ਸਮਾਂ ਆਪਣੀ ਰਫ਼ਤਾਰ ਨਾਲ ਆਪਣੇ ਠੀਕ ਟਿਕਾਣੇ ਤੇ ਪਹੁੰਚ ਗਿਆ ਜੀ। ਔਰ ਆਪ ਸਭ ਮਾਈ ਭਾਈ ਜਿੰਨੇ ਵੀ ਪਹੁੰਚੇ ਹੋ, ਤੁਹਾਡਾ ਸਾਰਿਆਂ ਦਾ ਧੰਨਵਾਦ। ਸਮੇਂ ਸਿਰ ਅੱਜ ਕੁਝ ਵੀਰ ਭੈਣਾਂ ਪਹੁੰਚੇ, ਕੁਝ ਥੋੜਾ ਲੇਟ ਸੀ, ਕਿਰਪਾ ਕਰਕੇ ਸਮੇਂ ਸਿਰ ਆ ਜਾਇਆ ਕਰੋ। ਤੇ ਅਸੀਂ ਫਿਰ ਜੇ ਲੇਟ ਪਾਠ ਚਾਲੂ ਕਰਾਂਗੇ ਤਾਂ ਉਹਦੇ ਨਾਲ ਫਿਰ ਇੱਕ ਦਿੱਕਤ ਆਏਗੀ ਕਿ
ਸਾਡਾ ਵੀ ਕਦੀ-ਕਦੀ ਫਿਰ ਜੀ ਕਰਦਾ ਕਿ 7:30 ਤੋਂ ਥੋੜਾ 7:45 ਤੱਕ ਲੈ ਜਾਈਏ। ਤਾਂ ਜੇ ਤੁਸੀਂ ਟਾਈਮ ਤੋਂ ਅੱਗੇ ਜਾਓਗੇ ਫਿਰ ਅਸੀਂ ਵੀ ਜਾਵਾਂਗੇ, ਸਾਰੇ ਰਲ ਮਿਲ ਕੇ ਫਿਰ ਆਪਾਂ ਟਾਈਮ ਤੋਂ ਅੱਗੇ ਪਿੱਛੇ ਹੋ ਜਾਾਂਗੇ, ਤਾਂ ਉਹ ਚੰਗਾ ਨਹੀਂ ਲੱਗਦਾ। ਆਪਾਂ ਸਮਾਪਤੀ ਕਰਦੇ ਹਾਂ ਜੀ ਇਹਨੂੰ ਇੱਥੇ ਹੀ।